ਵੀ ਕੌਣ ਨੇ ਉਹ ਲੋਕ ਜਿਹੜੇ ਸੁਖਬੀਰ ਬਾਦਲ ਨੂੰ ਮਿਲਦੇ ਨੇ ਤੇ ਸਿੱਧਾ ਅਟੈਕ ਸੁਖਬੀਰ ਬਾਦਲ ਤੇ ਕਿਉਂ, ਕਿਸੇ ਛੋਟੇ ਲੀਡਰ ਤੇ ਕਿਉਂ ਨਹੀਂ? ਤੇ ਮਰਦੇ ਹੋਏ ਮੇਰੇ ਮਨ ਤੇ ਇੱਕ ਬੋਝ ਨਾ ਹੋਵੇ ਵੀ ਮੈਂ ਇੱਕ ਸੱਚ ਜਾਣਦੀ ਸੀ ਪਰ ਮੈਂ ਲੋਕਾਂ ਤੱਕ ਲੈ ਕੇ ਨਹੀਂ ਆ ਸਕੀ। ਉਹੀ ਗੱਲ ਮੇਰੀ ਜ਼ਮੀਰ ਨੇ ਕਹੀ ਕਿ ਤੂੰ ਪਾਰਟੀ ਦੀ ਗੱਦਾਰ ਕੋ ਹਾਲਾ ਪਰ ਮੀਮਸਾ ਤੂੰ ਕੌਮ ਦੀ ਗੱਦਾਰ ਨਾ ਬਣੀ। ਇਹ ਦਿਖਾਉਣ ਵਾਸਤੇ ਨਹੀਂ ਵੀ ਤੁਸੀਂ ਇਹਨਾਂ ਨੂੰ ਬਕਾਇਦਾ ਜਾਣਦੇ ਹੋ ਤੇ ਇਹ ਬੰਦੇ ਸੁਖਬੀਰ ਬਾਦਲ ਦੀਆਂ ਸੌਦਾ ਸਾਧ ਦੇ ਨਾਲ ਮੁਲਾਕਾਤਾਂ ਜਿਹੜੀਆਂ ਉਹ ਕਰਵਾਉਂਦੇ ਸੀ। ਅਚਾਨਕ ਸੁਖਬੀਰ ਜੀ ਦਾ ਆਪਣੀ ਘਰ ਰਹਿائش ਦੇ ਬਾਹਰ ਆਉਣਾ ਤੇ ਇਹਨਾਂ ਨੂੰ ਦੇਖ ਕੇ ਉਹਨਾਂ ਦੇ ਜਿਹੜੀਆਂ ਰੂਹਾਂ ਸੀਆਂ ਅਜੀਬ ਜੀਆਂ ਚਿਹਰੇ ਦੀ ਹਰਕਤਾਂ ਹੋਣ ਲੱਗ ਗਈਆਂ। ਉਹਨਾਂ ਨੇ ਉਹਨੂੰ ਹੱਥ ਮਿਲਾਉਂਦੇ ਕਿਹਾ ਯਾਰ ਫੋਨ ਤਾਂ ਕਰ ਲਿਆ ਕਰੋ, ਤੁਸੀਂ ਮਰਵਾਓਗੇ ਮੈਨੂੰ ਕਿਸੇ ਦਿਨ। ਇਹ ਤਸਵੀਰਾਂ ਤੁਸੀਂ ਹੁਣੀ ਕਿਉਂ ਜਨਤਕ ਕੀਤੀਆਂ? ਤਸਵੀਰਾਂ ਤਾਂ ਤੁਹਾਡੇ ਕੋਲੇ ਬੜੇ ਸਮੇਂ ਦੀਆਂ ਹੋਣਗੀਆਂ। ਲੋਕ ਪੁੱਛਦੇ ਆ ਵੀ ਇਸ ਵਾਰ ਵੀ ਇਹਨਾਂ ਨੂੰ ਟਿਕਟ ਆ ਜਿਹੜੀ ਉਹ ਨਹੀਂ ਮਿਲੀ, ਪਿਛਲੀ ਵਾਰ ਇਹਨਾਂ ਨੇ ਆਜ਼ਾਦ ਚੋਣ ਲੜੀ ਸੀ, ਰੌਲਾ ਟਿਕਟ ਦਾ ਹੀ ਤਾਂ ਨਹੀਂ ਕਿਤੇ? ਉਸੇ ਟਾਈਮ ਆਪਾਂ ਪਾਰਟੀਆਂ ਇੱਕ ਦੂਜੇ ਨਾਲ ਸੈਟਿੰਗਾਂ ਤੋੜਪਨ ਵੋਟਾਂ ਦੀਆਂ ਕਰਦੇ ਆ, ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਨੂੰ ਪੈਸੇ ਦੇ ਕੇ ਇਲੈਕਸ਼ਨਾਂ ਲੜਾਉਂਦੇ ਆ ਜਾਂ ਉਹਨਾਂ ਨੂੰ ਕਹਿੰਦੇ ਆ ਕਿ ਸਾਡੀ ਸਪੋਰਟ ਕਰ ਦਿਓ, ਇਹ ਕਰ ਲਓ। ਤੇ ਉਹੀ ਕੁਝ ਸੁਖਬੀਰ ਜੀ ਨੇ ਸਾਨੂੰ ਟੇਬਲ ਟਾਕ ਵਾਸਤੇ ਬੁਲਾਇਆ ਸੀ। ਵੋਟਾਂ ਪੈਣ ਤੋਂ ਮੈਂ ਅਗਲੇ ਦਿਨ ਦੀ ਗੱਲ ਕਰ ਰਹੀ ਹਾਂ, 3 ਦਿਨ ਬਾਅਦ ਮੈਂ ਜਦ ਦਿੱਲੀ ਗਈ ਤਾਂ ਇਹ ਆਲਰੇਡੀ ਉੱਥੇ ਬੈਠੇ ਸੀਗੇ। ਕਿੱਥੇ ਬੈਠੇ ਸੀਗੇ? OSD ਦੇ ਰੂਮ ਦੇ ਵਿੱਚ। ਸੁਖਬੀਰ ਜੀ ਅੰਦਰ ਐਂਟਰ ਕਰੇ, ਧੱਕੇ ਜਿਹੇ ਨਾਲ ਅੰਦਰ ਆਏ ਤੇ ਆਂਦੇ ਹੀ ਉਹ ਖੜੇ ਹੋ ਗਏ ਤੇ ਉਹਨਾਂ ਨੇ ਪ੍ਰਧਾਨ ਜੀ ਦਾ ਹੱਥ ਫੜਿਆ, ਕਹਿੰਦੇ ਪ੍ਰਧਾਨ ਜੀ ਕਾਂਗਰਸ ਦੀ ਸਰਕਾਰ ਬਣ ਗਈ, ਸਾਡਾ ਕੁਝ ਕਰੋ। ਪ੍ਰਧਾਨ ਜੀ ਬੈਠਦੇ ਬੈਠਦੇ ਉਹਨਾਂ ਨੇ ਹੱਥ ਫੜਦੇ ਹੋਏ ਕਹਿੰਦੇ ਤੁਹਾਡਾ ਹੋ ਗਿਆ, ਤੁਹਾਨੂੰ ਫੋਨ ਆਏਗਾ, ਆਪਾਂ ਛੇਤੀ ਮਿਲਦੇ ਹਾਂ। ਤੇ ਇਹ ਵੀ ਆਪਣੀ ਹੋਈ ਸਰਕਾਰ ਹੈ। ਔਰ ਚਰਨਜੀਤ ਬਰਾੜ ਨੇ ਇਹ ਗੱਲ ਮੇਰੇ ਬੇਟੇ ਨੂੰ ਕਹੀ ਕਿ ਜਿੱਥੇ ਵੀ ਤੇਰੀ ਮੰਮੀ ਫੋਨ ਕਰਦੀ ਹੈ ਨਾਲ ਦੀ ਨਾਲ ਸਾਨੂੰ ਫੋਨ ਕਾਲ ਬੈਕ ਆ ਜਾਂਦੀ ਹੈ ਵੀ ਪੁਲਿਸ ਤਾਂ ਸਾਡੀ ਆਪਣੀ ਕਰਦੀ ਹੈ ਨਾ। ਫਿਰ ਇਹ ਕਿੱਥੋਂ? ਇਹਦਾ ਮਤਲਬ ਇਹ ਸਪਸ਼ਟੀਕਰਨ ਹੁੰਦਾ ਹੈ ਵੀ ਉਹ ਇਹ ਦਿਖਾਉਣਾ ਚਾਹੁੰਦੇ ਨੇ ਵੀ ਪੁਲਿਸ ਸਾਡੇ ਕੰਟਰੋਲ 'ਚ ਹੈ, ਵੀ ਮੀਮਸਾ ਤਾਂ ਕਿ ਮੂੰਹ ਨਾ ਖੋਲ ਸਕੇ। ਹੁਣ ਸੌਦਾ ਸ਼੍ਰੋਮਣੀ ਅਕਾਲੀ ਦਲ ਮੇਰੇ ਨਾਲ ਕਰ ਰਹੀ ਹੈ ਕਿ ਕਾਂਗਰਸ ਕਰੂਗੀ? ਤੁਹਾਨੂੰ ਧਮਕੀਆਂ ਮਿਲ ਰਹੀਆਂ ਨੇ ਉਧਰੋਂ? ਬਿਲਕੁਲ ਓਬਵੀਅਸਲੀ ਮਿਲ ਰਹੀਆਂ। ਦੇਖੋ ਮੇਰੇ ਬੇਟੇ ਨੂੰ ਧਮਕੀਆਂ ਦਿੱਤੀਆਂ 1:30 ਵਜੇ। ਕਿਹੜੀ ਮਾਂ ਆਪਣੇ ਪੁੱਤ ਨੂੰ ਲੈ ਕੇ ਸੜਕਾਂ 'ਤੇ ਫਿਰੇਗੀ ਗੱਡੀ 'ਚ? ਕਿਹੜਾ ਰਿਸ਼ਤੇਦਾਰ ਮੈਨੂੰ ਸਹਿ ਦੇਗਾ ਕਿ ਮੈਂ ਐਡੇ ਵੱਡੇ ਪਰਿਵਾਰ ਨਾਲ ਟੱਕਰ ਲੈ ਰਹੀ ਹਾਂ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਤੇਜ ਸਿੰਘ ਧਾਲੀਵਾਲ ਤੇ ਤੁਸੀਂ ਜੁੜੇ ਹੋਏ ਹੋ ਜਿੰਦਾਬਾਦ ਚੈਨਲ ਦੇ ਨਾਲ। ਜਿਉਂ-ਜਿਉਂ 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਾਂ ਅਦਲਾ ਬਦਲੀਆਂ, ਅਸਤੀਫੇ ਜਾਂ ਪਾਰਟੀਆਂ ਨੂੰ ਬਦਲ ਜਾਣਾ ਆਮ ਹੀ ਰੁਝਾਨ ਹੁੰਦਾ ਹੈ। ਤੇ ਸਾਡੇ ਇੱਕ ਕੱਲ ਵੀਡੀਓ ਸਾਹਮਣੇ ਆਉਂਦੀ ਹੈ ਜਿਹਦੇ 'ਚ ਰਜਿੰਦਰ ਕੌਰ ਮੀਮਸਾ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿੰਦੇ ਨੇ ਤੇ ਬੜੇ ਵੱਡੇ ਇਲਜ਼ਾਮ ਨੇ ਜਿਹੜੇ ਪਾਰਟੀ ਦੇ ਉੱਪਰ ਲਗਾ ਦਿੰਦੇ ਨੇ ਕਿ ਬੇਅਦਬੀਆਂ ਦੇ ਵਿੱਚ ਇਹਨਾਂ ਦਾ ਹੱਥ ਹੈ ਤੇ ਇਹਨਾਂ ਦੇ ਕੁਝ ਡਾਕੂਮੈਂਟਸ ਨੇ ਉਹ ਜਨਤਕ ਕਰ ਦਿੰਦੇ ਨੇ ਤੇ ਬੜਾ ਹੱਲਾ ਗੁੱਲਾ ਪੰਜਾਬ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਮਚ ਰਿਹਾ ਹੈ। ਅੱਜ ਅਸੀਂ ਉਹਨਾਂ ਦੇ ਨਾਲ ਸਿੱਧੀ ਤੁਹਾਡੀ ਮੁਲਾਕਾਤ ਕਰਵਾਵਾਂਗੇ ਵੀ ਕਿੰਨਾ ਚਿਰ ਉਹਨਾਂ ਨੇ ਪਾਰਟੀ ਦੇ ਵਿੱਚ ਕੰਮ ਕੀਤਾ, ਅੱਜ ਕੀ ਕਾਰਨ ਬਣ ਗਿਆ ਵੀ ਅੱਜ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਆ ਜਿਹੜੀ ਉਹ ਕਰਨੀ ਪਈ ਤੇ ਲੋਕਾਂ ਦੇ ਸਾਹਮਣੇ ਕੁਛ ਇੱਦਾਂ ਦੀਆਂ ਤਸਵੀਰਾਂ ਜਨਤਕ ਕਰਤੀਆਂ ਜਿਹੜੇ ਰੌਂਗਟੇ ਖੜੇ ਕਰ ਦਿੰਦੀਆਂ ਨੇ, ਕਿਉਂਕਿ ਬੇਅਦਬੀ ਨੂੰ ਲੈ ਕੇ ਲੋਕ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਵੀ ਇਸ ਚੀਜ਼ ਨੂੰ ਲੈ ਕੇ ਇਨਸਾਫ ਦਿੱਤਾ ਜਾਵੇ, ਪਰ ਸਰਕਾਰਾਂ ਵੱਲੋਂ ਇਨਸਾਫ ਨਹੀਂ ਦਿੱਤਾ ਜਾਂਦਾ। ਅਸੀਂ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਇਸਤਰੀ ਵਿੰਗ ਦੇ ਮੁੱਖ ਸਲਾਹਕਾਰ ਬੀਬੀ ਰਜਿੰਦਰ ਕੌਰ ਮੀਮਸਾ ਜੀ ਦੇ ਨਾਲ। ਮੈਡਮ ਸਵਾਗਤ ਹੈ ਜੀ ਜਿੰਦਾਬਾਦ ਚੈਨਲ। ਬਹੁਤ-ਬਹੁਤ ਸਭ ਦਾ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਤੁਸੀਂ ਮੇਰੇ ਕੋਲ ਪਹੁੰਚੇ ਹੋ ਮੇਰੀ ਸੱਚ ਦੀ ਆਵਾਜ਼ ਲੋਕਾਂ ਤੱਕ ਲਿਜਾਣ ਵਾਸਤੇ। ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਵੀ ਵੋਟਾਂ ਦੇ ਨੇੜੇ ਆ ਕੇ ਹੀ ਲੀਡਰ ਪਾਰਟੀਆਂ ਕਿਉਂ ਬਦਲਦੇ ਨੇ? ਇਸ ਤਰ੍ਹਾਂ ਹੈ ਕਿ ਦੇਖੋ ਮੇਰਾ ਕਿਸੇ ਪਾਰਟੀ ਦੇ ਨਾਲ ਇਸ ਟਾਈਮ ਲੜਾਈ ਨਹੀਂ ਹੈਗੀ। ਮੇਰੀ ਜੋ ਲੜਾਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਵਾਸਤੇ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਇੱਕ ਪਾਸੇ ਹੈ ਤੇ ਸਾਰੀਆਂ ਪਾਰਟੀਆਂ ਔਰ ਸਿਆਸਤ ਇੱਕ ਪਾਸੇ ਹੈ। ਕਿਉਂਕਿ ਮੈਂ ਮੰਨਦੀ ਹਾਂ ਕਿ ਮਰਨਾ ਇੱਕ ਦਿਨ ਸਭ ਨੇ ਹੈਗਾ ਤੇ ਮਰਦੇ ਹੋਏ ਮੇਰੇ ਮਨ ਤੇ ਇੱਕ ਬੋਝ ਨਾ ਹੋਵੇ ਵੀ ਮੈਂ ਇੱਕ ਸੱਚ ਜਾਣਦੀ ਸੀ ਪਰ ਮੈਂ ਲੋਕਾਂ ਤੱਕ ਲੈ ਕੇ ਨਹੀਂ ਆ ਸਕੀ। ਲੰਬੇ ਚਿਰ ਤੋਂ 7-8 ਸਾਲ ਹੋ ਗਏ ਆਪਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗਦੇ ਨੂੰ। ਤਾਂ ਉਸ ਦੇ ਰਿਲੇਟਡ ਜਦ ਮੈਨੂੰ ਇਹ ਸੱਚ ਪਤਾ ਲੱਗਿਆ ਤਾਂ ਮੈਂ ਸਮਝਿਆ ਜਦ ਗੁਰੂ ਮਹਾਰਾਜ ਨੇ ਮੈਨੂੰ ਸ਼ਾਇਦ ਹੁਕਮ ਦਿੱਤਾ ਇਹ ਸੱਚ ਉਹਦੇ ਸਾਹਮਣੇ ਆਉਣਾ ਸੀ, ਕਿਉਂਕਿ ਹਿੱਲੇ ਸਵੀਲੇ ਗੁਰੂ ਮਹਾਰਾਜ ਹੀ ਕਰਦਾ ਹੈਗਾ। ਸ਼ਾਇਦ ਉਹਨਾਂ ਨੂੰ ਲੱਗਿਆ ਕਿ ਇਹ ਸਹੀ ਮੌਕਾ ਹੈ ਤਾਂ ਮੈਂ ਇਹਨੂੰ ਸ਼ਕਤੀ ਤੇ ਹਿੰਮਤ ਦੇਵਾਂ ਤਾਂ ਕਿ ਇਹ ਉਹ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਨੇ, ਐਡਾ ਵੱਡਾ ਘਰਾਨਾ ਹੈ ਉਹਨਾਂ ਦਾ, ਜਿਹੜੇ ਫਰਸ਼ਾਂ ਤੋਂ ਅਰਸ਼ਾਂ 'ਤੇ ਪਹੁੰਚੇ ਨੇ, ਕਰੋੜਾਂਪਤੀ ਨੇ, ਉਹਨਾਂ ਦੇ ਸਾਹਮਣੇ ਇੱਕ ਆਮ ਬੰਦੇ ਨੂੰ ਟਿਕਣਾ ਬਹੁਤ ਔਖਾ ਹੈ। ਪਰ ਸ਼ਾਇਦ ਮੈਂ ਸੱਚ ਸਮਝਦੀ ਹਾਂ ਕਿ ਗੁਰੂ ਮਹਾਰਾਜ ਨੇ ਮੈਨੂੰ ਤਾਕਤ ਬਖਸ਼ੀ ਹੈ ਕਿ ਮੈਂ ਅੱਜ ਉਹਨਾਂ ਦੇ ਰੂਬਰੂ ਹੋ ਕੇ ਉਹਨਾਂ ਦੇ ਸਾਹਮਣੇ ਇਹ ਗੱਲ ਰੱਖਣਾ ਚਾਹੁੰਦੀ ਹਾਂ ਕਿ ਜਿਹੜੇ ਮੇਰੇ 3 ਪ੍ਰਸ਼ਨ ਨੇ ਉਹਨਾਂ ਦਾ ਤੁਸੀਂ ਜਵਾਬ ਦਿਓ। ਬੜਾ ਵੱਡਾ ਮੁੱਦਾ ਛੇੜ ਦਿੱਤਾ ਜੀ ਪੰਜਾਬ ਦੀਆਂ ਚੋਣਾਂ ਦੇ ਨੇੜੇ ਆ ਕੇ, ਕਿਉਂਕਿ ਬੇਅਦਬੀ ਨੇ ਤੁਹਾਨੂੰ ਪਤਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਖੁੱਡੇ ਲੈਣ ਕਹਿ ਦਈਏ ਆਪਾਂ ਲਾਤਾ ਸੀ। ਉਦੋਂ ਬੇਅਦਬੀ ਨੇ ਬਿਲਕੁਲ ਲੋਕਾਂ ਨੇ ਨਕਾਰਤਾ ਸੀ ਵੀ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਉਣੀਆਂ, ਕਿਉਂਕਿ ਜਦੋਂ ਸਾਡੇ ਪਿਓ ਦੀ ਪੱਗ ਨੂੰ ਤੁਸੀਂ ਹੱਥ ਪਾਉਣੇ ਹੋ ਤਾਂ ਨਹੀਂ ਅਸੀਂ ਬਰਦਾਸ਼ਤ ਕਰਾਂਗੇ।
ਤਾਂ ਤੁਸੀਂ ਹੁਣੀ ਇਹ ਚੀਜ਼ਾਂ ਕਿਉਂ ਸਾਹਮਣੇ ਲੈ ਕੇ ਆਏ? ਤੁਸੀਂ ਤਸਵੀਰਾਂ ਵੀ ਕੁਝ ਦਿਖਾ ਰਹੇ ਸੀ, ਮੈਂ ਉਹ ਵੀ ਕਹੂੰਗਾ ਤੁਸੀਂ ਉਹ ਵੀ ਦਰਸ਼ਕਾਂ ਦੀ ਨਜ਼ਰ ਕਰਿਓ ਵੀ ਕੌਣ ਨੇ ਉਹ ਲੋਕ ਜਿਹੜੇ ਸੁਖਬੀਰ ਬਾਦਲ ਨੂੰ ਮਿਲਦੇ ਨੇ ਤੇ ਸਿੱਧਾ ਅਟੈਕ ਸੁਖਬੀਰ ਬਾਦਲ ਤੇ ਕਿਉਂ, ਕਿਸੇ ਛੋਟੇ ਲੀਡਰ ਤੇ ਕਿਉਂ ਨਹੀਂ? ਇਸ ਤਰ੍ਹਾਂ ਸੀ ਜੀ ਦੇਖੋ 2012 ਦੇ ਵਿੱਚ ਮੈਨੂੰ ਕਾਂਗਰਸ ਪਾਰਟੀ ਨੇ ਟਿਕਟ ਨਾਲ ਨਵਾਜ਼ਿਆ ਔਰ ਰਾਤੋਂ ਰਾਤ ਮੇਰੀ ਟਿਕਟ ਬਦਲ ਕੇ ਮੁਹੰਮਦ ਸਦੀਕ ਨੂੰ ਦਿੱਤੀ ਜਾਂਦੀ ਹੈ ਔਰ ਮੈਨੂੰ ਕਵਰਿੰਗ ਕੈਂਡੀਡੇਟ ਬਣਾ ਦਿੱਤਾ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਭਰੋਸਾ ਦਿਵਾਇਆ ਕਿ ਬੇਟਾ ਸਰਕਾਰ ਆਪਣੀ ਬਣੇਗੀ ਤੇ ਤੁਹਾਨੂੰ ਬਣਦਾ ਮਾਨ ਸਤਿਕਾਰ ਮਿਲੇਗਾ। ਮੇਰੀ ਜ਼ਮੀਰ ਦੀ ਆਵਾਜ਼ ਸੀ ਕਿ ਟਿਕਟਾਂ ਸਭ ਕੁਝ ਨਹੀਂ ਹੁੰਦੀਆਂ, ਪਾਰਟੀ ਅਹਿਮ ਹੁੰਦੀ ਹੈਗੀ ਹੈ ਤੇ ਕਹਿੰਦੇ ਨੇ ਪੰਥ ਤੋਂ ਆਪਣਾ ਧੜਾ ਪਿਆਰਾ ਹੁੰਦਾ ਆਪਾਂ ਨੂੰ, ਹੈ ਨਾ ਜੀ, ਵੀ ਇਹ ਸਿਆਸਤ ਦੇ ਵਿੱਚ ਲੋਕ ਸੋਚਦੇ ਨੇ। ਪਰ ਜੇਕਰ ਗੱਲ ਕਰੀਏ ਪੰਥ ਦੀ ਤਾਂ ਮੈਂ ਸਮਝਦੀ ਹਾਂ ਪਾਰਟੀਆਂ ਤੋਂ ਉੱਪਰ ਦੀ ਪੰਥ ਜ਼ਿਆਦਾ ਮਜ਼ਬੂਤ ਹੁੰਦਾ ਹੈ, ਕਿਉਂਕਿ ਪਾਰਟੀਆਂ ਦੇ ਗੱਦਾਰ ਲੋਕ ਬਣ ਸਕਦੇ ਨੇ ਪਰ ਕੌਮ ਦੇ ਗੱਦਾਰ ਨਹੀਂ ਬਣ ਸਕਦੇ। ਉਹੀ ਗੱਲ ਮੇਰੀ ਜ਼ਮੀਰ ਨੇ ਕਹੀ ਕਿ ਤੂੰ ਪਾਰਟੀ ਦੀ ਗੱਦਾਰ ਕਹਾਲਾ ਪਰ ਮੀਮਸਾ ਤੂੰ ਕੌਮ ਦੀ ਗੱਦਾਰ ਨਾ ਬਣੀ। ਉਹ ਸਾਰਿਆਂ ਦੇਖਦੇ ਹੋਏ ਜਦ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਸੀ, ਸਭ ਕਹਿੰਦੇ ਆ ਕਿ ਤੁਸੀਂ 16-17 ਦੇ ਵਿੱਚ ਕੀ ਕਰਨ ਗਏ। ਮੈਂ ਸਭ ਤੋਂ ਪਹਿਲਾਂ ਤਾਂ ਉਹਦਾ ਜਵਾਬ ਤੁਹਾਡੇ ਚੈਨਲ ਰਾਹੀਂ ਦਊਂਗੀ ਕਿ ਦੇਖੋ 16 ਨੂੰ ਜਿਹੜੀ ਗੱਲ ਹੈਗੀ ਉਹ ਦਸੰਬਰ ਦੇ ਲਾਸਟ 4-5 ਦਿਨਾਂ ਦੀ ਮੈਂ ਗੱਲ ਕਰ ਰਹੀ ਹਾਂ। ਚੋਣ ਜਾਬਤਾ ਲੱਗਿਆ ਹੋਇਆ ਸੀਗਾ ਦਸੰਬਰ ਦੇ ਅਖੀਰਲੇ, ਜਦ ਨਵੇਂ ਸਾਲ ਤੋਂ 2-3 ਦਿਨ ਪਹਿਲਾਂ ਮੈਨੂੰ ਇੱਕ ਬੰਦਾ ਆ ਕੇ ਮਿਲਦਾ ਹੈਗਾ ਕਿਸੇ ਦੇ ਸੈਲਰ ਦੇ ਵਿੱਚ ਤੇ ਉਹ ਕਹਿੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ। ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਕਿਸ ਰਿਗਾਰਡਿੰਗ। ਅੱਜ ਕੱਲ੍ਹ ਉਹ ਸ਼ਖਸ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕਿਆ ਹੈ। ਮੈਂ ਉਹਦਾ ਨਾਮ ਜਨਤਕ ਇਸ ਕਰਕੇ ਨਹੀਂ ਕਰ ਰਹੀ ਕਿਉਂਕਿ ਉਹਦਾ ਵੀ ਸਿਆਸੀ ਕੈਰੀਅਰ ਹੈ, ਮੈਂ ਉੱਥੇ ਪ੍ਰਸ਼ਨ ਚਿੰਨ੍ਹ ਨਹੀਂ ਲਾਉਣਾ ਚਾਹੁੰਦੀ। ਹੁਣ ਜਦ ਉਹ ਬੰਦੇ ਨੇ ਆ ਕੇ ਮੈਨੂੰ ਗੱਲ ਇਹ ਵੀ ਕਹੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੁਹਾਨੂੰ ਰਿਗਾਰਡਿੰਗ ਇਲੈਕਸ਼ਨ ਮਿਲਣਾ ਚਾਹੁੰਦੇ ਆ, ਤਾਂ ਮੈਂ ਸਮਝਿਆ ਸ਼ਾਇਦ ਵੀ ਉਹ ਚਾਹੁੰਦੇ ਹੋਣਗੇ ਕਿ ਮੈਂ ਉਹਨਾਂ ਦੀ ਪਾਰਟੀ ਤੋਂ ਟਿਕਟ ਲਵਾਂ ਤੇ ਲੜਾਂ। ਪਰ ਮੈਨੂੰ ਕਾਂਗਰਸ 'ਚ ਵੀ ਪੂਰਾ ਭਰੋਸਾ ਸੀਗਾ ਕਿ ਇੱਥੋਂ ਮੈਨੂੰ ਟਿਕਟ ਮਿਲੇਗੀ ਤੇ ਮੈਂ ਆਪਣੀ ਇਲੈਕਸ਼ਨ ਲੜੂੰਗੀ ਔਰ ਭਦੌੜ ਦੇ ਮੇਰੇ ਜਿਹੜੇ ਵਰਕਰ ਨੇ, ਸਮਰਥਕ ਨੇ, ਉਹਨਾਂ ਨੂੰ ਮਜ਼ਬੂਤ ਕਰੂੰਗੀ। ਪਰ ਕਿਸੇ ਕਾਰਨ ਚਲੋ ਮੈਂ ਸੋਚਿਆ ਕਿ ਸ਼ਾਇਦ ਸੁਖਬੀਰ ਜੀ ਨੂੰ ਕਿਤੋਂ ਨਾ ਕਿਤੋਂ ਪਤਾ ਲੱਗਿਆ ਹੋਏਗਾ ਮੇਰੀ ਟਿਕਟ ਨਹੀਂ ਮਿਲ ਰਹੀ। ਮੇਰੇ ਮਨ ਨੇ ਇੱਕ ਵਾਰ ਸੋਚਿਆ ਕਿ ਕਿਉਂ ਨਾ ਮੈਂ ਉਹਨਾਂ ਦੀ ਗੱਲ ਸੁਣ ਕੇ ਆਵਾਂ। ਉਸ ਬੰਦੇ ਦਾ ਦੁਬਾਰਾ ਮੈਨੂੰ ਫੋਨ ਆਇਆ ਕਿ ਤੁਹਾਡਾ ਦਿੱਲੀ ਅਰੇਂਜਮੈਂਟ ਕਰ ਦਿੱਤਾ ਗਿਆ ਵੀ ਤੁਸੀਂ ਐਡਰੈਸ ਤੇ ਟਾਈਮ ਮੈਂ ਤੁਹਾਨੂੰ ਮੌਕੇ ਤੇ ਦੱਸੂਗਾ ਜਦ ਤੁਸੀਂ ਦਿੱਲੀ ਦੀ ਸੜਕ ਤੇ ਉਤਰੋਗੇ। ਤੁਸੀਂ ਜਾ ਕੇ ਮੈਨੂੰ ਇੰਡੀਆ ਗੇਟ ਜਾ ਕੇ ਫੋਨ ਕਰਨਾ ਤੇ ਮੈਂ ਤੁਹਾਨੂੰ ਐਡਰੈਸ ਤੇ ਉਹ ਸਾਰਾ ਮੈਂ SMS ਕਰ ਦੂੰਗਾ। ਜਦ ਮੈਂ ਉੱਥੇ ਪਹੁੰਚੀ ਤਾਂ ਉਹਨਾਂ ਨੇ ਮੈਨੂੰ 12 ਸਫਦਰਜੰਗ ਰੋਡ ਦਿੱਲੀ ਦੀ ਬੀਬਾ ਹਰਸਿਮਰਤ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਦਾ ਐਡਰੈਸ ਭੇਜਿਆ। ਮੈਂ ਉੱਥੇ ਪਹੁੰਚ ਗਈ, ਮੈਂ ਤੇ ਮੇਰੇ ਹਸਬੈਂਡ ਸੀਗੇ ਨਾਲ ਤੇ ਅਸੀਂ ਉੱਥੇ ਪਹੁੰਚੇ। ਜਦ ਅਸੀਂ ਸਾਡੀ ਗੱਡੀ ਬਾਹਰ ਸੜਕ 'ਤੇ ਹੀ ਰੁਕੀ ਔਰ ਅਸੀਂ ਅੰਦਰ ਗਏ, ਉੱਥੇ ਰਜਿਸਟਰ ਲੱਗਿਆ ਸੀ, ਅਸੀਂ ਉੱਥੇ ਐਂਟਰੀ ਪਾਈ ਤੇ ਸਾਡੇ ਮੋਬਾਈਲ ਉੱਥੇ ਜਮ੍ਹਾਂ ਕਰਾ ਦਿੱਤੇ ਗਏ ਕਿਉਂਕਿ ਅਸੀਂ ਪਹਿਲੀ ਵਾਰ ਗਏ ਸੀ, ਉਹ ਸਾਨੂੰ ਸ਼ਾਇਦ ਸਿਕਿਉਰਿਟੀ ਨਹੀਂ ਜਾਣਦੀ ਸੀ। ਅੰਦਰ ਜਦ ਅਸੀਂ ਐਂਟਰ ਕਰ ਗਏ ਤਾਂ ਉੱਥੇ ਬਾਹਰ ਹੀ ਸਾਹਮਣੇ ਬਿਲਕੁਲ 2 ਡੇਰਾ ਪ੍ਰੇਮੀ ਖੜ੍ਹੇ ਸੀ। ਮਤਲਬ ਡੇਰਾ ਪ੍ਰੇਮੀ ਮੈਂ ਇਸ ਕਰਕੇ ਗਰੰਟੀ ਨਾਲ ਕਹਿ ਰਹੀ ਹਾਂ, ਜਿਹੜਾ ਅਰਸ਼ ਧੂਰੀ ਹੈ ਉਹਨੂੰ ਮੈਂ ਸ਼ੁਰੂ ਤੋਂ ਜਾਣਦੀ ਸੀ ਕਿ ਉਹ ਡੇਰਾ ਪ੍ਰੇਮੀ ਆ। ਓਬਵੀਅਸਲੀ ਮੈਨੂੰ ਇਹ ਵੀ ਸੀਗਾ ਜਿਹੜਾ ਉਹ ਨਾਲ ਸ਼ਖਸ ਹੈਗਾ ਇਹ ਹੈਗਾ ਅਰਸ਼ ਧੂਰੀ ਜੀ। ਇਹ ਫੋਟੋ ਮੈਂ ਇਸ ਕਰਕੇ ਅੱਜ ਪਬਲਿਕ ਜਨਤਕ ਕਰ ਰਹੀ ਹੈਗੀ ਹਾਂ ਕਿਉਂਕਿ SIT ਨੇ ਕਦੀ ਵੀ ਇਸ ਦੀ ਫੋਟੋ ਜਨਤਕ ਨਹੀਂ ਕੀਤੀ, ਜਿਹਦਾ ਇਨਸਾਫ ਆਪਾਂ ਨੂੰ ਅੱਜ ਤੱਕ ਮਿਲਣ ਦੇ ਵਿੱਚ ਪ੍ਰੋਬਲਮ ਆਈ ਹੈਗੀ ਹੈ ਨਾ। ਅਤੇ ਜਦ ਮੈਂ ਉੱਥੇ ਗਈ ਤਾਂ ਮੈਂ ਦੇਖਿਆ ਕਿ ਇਹ ਇੱਕ ਹੋਰ ਜਿਹੜਾ ਜਗਜੀਤ ਸਿੰਘ ਹੈ ਐਡਮੰਡ ਬਲਾਕ ਦਾ ਮੁਖੀ ਹੈ, ਇਹ ਇਸ ਦੇ ਨਾਲ ਖੜਾ ਹੋਇਆ ਸੀਗਾ। ਇਹ ਦੋਨੋਂ ਉੱਥੇ ਖੜੇ ਸੀ। ਇਹਦੇ ਵਿੱਚ ਕੀ ਹੋਇਆ, ਹਰਸ਼ ਧੂਰੀ ਨੇ ਜਦ ਮੈਨੂੰ ਵੇਖਿਆ ਤਾਂ ਓਬਵੀਅਸਲੀ ਮੈਨੂੰ ਜਾਣਦਾ ਸੀਗਾ ਐਜ਼ ਏ ਸਿਆਸੀ ਲੀਡਰ। ਉਹ ਮੇਰੇ ਕੋਲ ਆਇਆ ਅਤੇ ਉਹਨੇ ਮੇਰੇ ਪੈਰੀ ਹੱਥ ਵੀ ਲਾਏ, ਮੈਂ ਉਹਦੇ ਮੋਢਿਆਂ 'ਤੇ ਵੀ ਹੱਥ ਲਾਇਆ ਅਤੇ ਮੈਂ ਪੁੱਛਿਆ ਬੇਟੇ ਕਿਵੇਂ ਹੋ, ਪਰਿਵਾਰ ਕਿਵੇਂ ਹੈ ਅਤੇ ਧੂਰੀ ਦਾ ਕੀ ਹਾਲ ਚਾਲ ਹੈ। ਉਹਨੇ ਕਿਹਾ ਕਿ ਇਹ ਮੇਰਾ ਧੂਰੀ ਦਾ ਰਾਸ਼ਨ ਕਾਰਡ ਹੈ। ਇਹ ਚੀਜ਼ਾਂ ਇਹ ਦਿਖਾਉਣ ਵਾਸਤੇ ਨਹੀਂ ਵੀ ਤੁਸੀਂ ਇਹਨਾਂ ਨੂੰ ਬਕਾਇਦਾ ਜਾਣਦੇ ਹੋ ਤੇ ਇਹ ਬੰਦੇ ਸੁਖਬੀਰ ਬਾਦਲ ਦੀਆਂ ਸੌਦਾ ਸਾਧ ਦੇ ਨਾਲ ਮੁਲਾਕਾਤਾਂ ਜਿਹੜੀਆਂ ਉਹ ਕਰਵਾਉਂਦੇ ਸੀ। ਨਹੀਂ, ਮੈਂ ਇਹ ਨਹੀਂ ਕਹਿ ਸਕਦੀ ਕਿ ਇਹ ਸੌਦਾ ਸਾਧ ਨਾਲ ਮੁਲਾਕਾਤਾਂ ਕਰਾਉਂਦੇ ਸੀਗੇ। ਇਹ ਤਾਂ ਮੇਰੇ ਅੱਜ ਵੀ ਮਤਲਬ ਕਿ ਜ਼ਿਹਨ 'ਚ ਸਵਾਲ ਉੱਠ ਰਿਹਾ ਹੈਗਾ। ਮੈਂ ਇਹ ਫੋਟੋ ਵੀ ਇਸ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਵੀ ਅਸੀਂ ਜਗਜੀਤ ਸਿੰਘ ਨਾਲ ਇੱਕ ਗੱਲ ਹੋਰ ਹੈ ਜੀ, ਮੰਨ ਲਓ ਜਦੋਂ ਇਹ ਡੇਰਾ ਪ੍ਰੇਮੀ ਨੇ ਤਾਂ ਹੋਰ ਇਹਨਾਂ ਦਾ ਉੱਥੇ ਕੰਮ ਕੀ ਬਣਦਾ ਸੀ? ਸੁਖਬੀਰ ਦੇ ਦਫ਼ਤਰ ਤੇ ਇਹਨਾਂ ਦਾ ਕੰਮ ਕੀ ਸੀ? ਕਿਉਂਕਿ ਗੱਲ ਹੁੰਦੀ ਹੈ ਕਿ ਸੌਦਾ ਸਾਧ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਬੈਠਦਾ ਸੀ, ਉਹਨਾਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ, ਮੀਟਿੰਗਾਂ ਹੁੰਦੀਆਂ ਸੀ, ਵੋਟਾਂ ਵਾਸਤੇ ਉਹਨਾਂ ਨੂੰ ਭਰਮਾਇਆ ਜਾਂਦਾ ਸੀ, ਪ੍ਰੇਮੀਆਂ ਨੂੰ ਵੀ, ਤੇ ਸਾਧ ਦੇ ਵੱਲੋਂ ਘਵਾਇਆ ਜਾਂਦਾ ਸੀ ਆਪਦੇ ਪ੍ਰੇਮੀਆਂ ਨੂੰ ਵੀ ਹਾਂ ਇਸ ਵਾਰ ਅਸੀਂ ਇਸ ਪਾਰਟੀ ਨੂੰ ਕਰਾਂਗੇ ਮਦਦ ਜਾਂ ਕਿਹੜੀ ਵੀ ਪਾਰਟੀ ਨੂੰ ਕਰਾਂਗੇ। ਤਾਂ ਲੋਕ ਇਹ ਚੀਜ਼ ਵਾਸਤੇ ਆਉਂਦੇ ਹੋਣਗੇ ਨਾ। ਜੇ ਇਹ ਨੌਜਵਾਨ ਉੱਥੇ ਤੁਹਾਨੂੰ ਦਿਖਿਆ ਤਾਂ ਇਹ ਮੀਟਿੰਗਾਂ ਵਾਸਤੇ ਆ ਰਹੇ ਸੀ ਨਾ ਉੱਥੇ? ਨਹੀਂ, ਇਸ ਤਰ੍ਹਾਂ ਸੀਗਾ ਜੀ, ਜਦ ਇਹ ਬੱਚਾ ਮੈਨੂੰ ਮਿਲਿਆ ਅਸੀਂ ਥੋੜ੍ਹੀ ਕੁ ਦੇਰ ਬਾਅਦ ਵਾਸਤੇ ਗੱਲਾਂ ਕਰ ਰਹੇ ਸੀ। ਅਚਾਨਕ ਸੁਖਬੀਰ ਜੀ ਦਾ ਆਪਣੇ ਘਰ ਰਿਹਾਇਸ਼ ਦੇ ਬਾਹਰ ਆਉਣਾ ਅਤੇ ਇਹਨਾਂ ਨੂੰ ਦੇਖ ਕੇ ਉਹਨਾਂ ਦੇ ਜਿਹੜੀਆਂ ਰੂਹਾਂ ਸੀਆਂ ਅਜੀਬ ਜਿਹੀਆਂ ਚਿਹਰੇ ਦੀ ਹਰਕਤਾਂ ਹੋਣ ਲੱਗ ਗਈਆਂ। ਇੱਕ ਦੇਖੋ ਸਿਆਸੀ ਬੰਦਾ ਦੂਸਰੇ ਦੇ ਚਿਹਰੇ ਨੂੰ ਸਮਝ ਸਕਦਾ ਪੜ੍ਹ ਕੇ ਕਿ ਇਹ ਖੁਸ਼ ਮਾਹੌਲ 'ਚ ਹੈ ਕਿ ਕਿਵੇਂ ਟੈਨਸ਼ਨ 'ਚ ਹੈ ਕਿਵੇਂ। ਉਹਨਾਂ ਨੇ ਉਹਨੂੰ ਹੱਥ ਮਿਲਾਉਂਦੇ ਕਿਹਾ ਯਾਰ ਫੋਨ ਤਾਂ ਕਰ ਲਿਆ ਕਰੋ, ਤੁਸੀਂ ਮਰਵਾਓਗੇ ਮੈਨੂੰ ਕਿਸੇ ਦਿਨ।
ਓਬਵੀਅਸਲੀ ਜਦੋਂ ਅੰਦਰ ਚਲੇ ਗਏ ਮਿਲਣ ਵਾਸਤੇ, ਸੁਖਬੀਰ ਜੀ ਨੇ ਉਹਨਾਂ ਨੂੰ ਹੱਥ ਫੜ ਕੇ ਅੰਦਰ ਲੈ ਗਏ, ਤਾਂ ਮੈਂ ਮਨ 'ਚ ਸੋਚਿਆ ਵੀ ਪ੍ਰੇਮੀ ਨੇ, ਸ਼ਾਇਦ 17 ਦੀਆਂ ਵੋਟਾਂ ਨੇੜੇ ਨੇ, ਇਹ ਪ੍ਰੇਮੀਆਂ ਦੀ ਵੋਟਾਂ ਲੈਣ ਵਾਸਤੇ ਇਹਨਾਂ ਨੂੰ ਇੱਥੇ ਆ ਕੇ ਕੋਈ ਸਿਟਿੰਗ ਕਰ ਰਹੇ ਨੇ। ਤੇ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ, ਕਿਉਂਕਿ ਦੇਖੋ ਜਿਹੜੀ ਬੇਅਦਬੀ ਹੋਈ ਹੈ, ਮੈਨੂੰ ਬੇਅਦਬੀ ਦੇ ਨਾਲ ਰਿਲੇਟਡ ਕੋਈ ਉਸ ਟਾਈਮ ਨੌਲੇਜ ਨਹੀਂ ਸੀ। ਮੈਨੂੰ ਸਿਰਫ ਇਹ ਪਤਾ ਸੀਗਾ ਕਿ ਉੱਥੇ ਗੋਲੀ ਚੱਲੀ ਹੈ, ਉਹਦੇ ਨਾਲ 2 ਨੌਜਵਾਨ ਫੱਟੜ ਹੋਏ ਨੇ, ਤੇ ਅਸੀਂ ਉਹਨਾਂ ਦੇ ਕਾਂਗਰਸ ਸਰਕਾਰ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਘਰ ਮੈਂ ਦੁੱਖ ਸਾਂਝਾ ਵੀ ਕਰਨ ਗਈ ਹਾਂ ਪਰਿਵਾਰ ਨਾਲ। ਮੈਂ ਇਹ ਗੱਲ ਤੋਂ ਮੁੱਕਰਦੀ ਨਹੀਂ, ਪਰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ, ਉਹਨਾਂ ਦੇ ਅੰਗ ਗਲੀਆਂ 'ਚ ਖਿਲਾਰੇ ਗਏ ਤੇ ਇਤਰਾਜ਼ਯੋਗ ਪੋਸਟਰ ਕੰਧਾਂ ਤੇ ਲਾਏ ਗਏ, ਮੈਨੂੰ ਨਹੀਂ ਪਤਾ ਸੀ ਵੀ ਇਹ ਕੇਸ ਉਹ ਤੋਂ ਡਿਫਰੈਂਟ ਹੈ। ਠੀਕ ਹੈ ਜੀ, ਉਦੋਂ ਤੱਕ ਜਦ ਤੱਕ ਮੈਂ ਇਹਨੂੰ ਪਹਿਲੀ ਵਾਰ ਵੇਖਿਆ। ਉਸ ਤੋਂ ਬਾਅਦ ਜੀ ਅਸੀਂ ਘਰ ਵਾਪਸ ਆ ਗਏ, ਅਸੀਂ ਵੀ ਮਿਲੇ ਸੁਖਬੀਰ ਜੀ ਨੂੰ, ਤੇ ਮਿਲਦੇ ਕੀ ਗੱਲ ਹੋਈ। ਹੁਣ ਲੋਕ ਪੁੱਛਦੇ ਨਾ ਵੀ 16-17 'ਚ ਤੁਸੀਂ ਮੀਮਸਾ ਜੀ ਕੀ ਕਰਨ ਗਏ ਸੀ ਉੱਥੇ, ਤੁਸੀਂ ਤਾਂ ਜੁਆਇਨ 18 ਨੇ ਕੀਤਾ। ਦੇਖੋ 16 ਦਸੰਬਰ ਦੇ 4 ਦਿਨ ਤੇ 17 ਦਾ ਸਾਲ ਇਲੈਕਸ਼ਨ ਦਾ ਦੌਰ ਸੀ। ਉਸੇ ਟਾਈਮ ਆਪਾਂ ਪਾਰਟੀਆਂ ਇੱਕ ਦੂਜੇ ਨਾਲ ਸੈਟਿੰਗਾਂ ਤੋੜਪਨ ਵੋਟਾਂ ਦੀਆਂ ਕਰਦੇ ਆ, ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਨੂੰ ਪੈਸੇ ਦੇ ਕੇ ਇਲੈਕਸ਼ਨਾਂ ਲੜਾਉਂਦੇ ਆ, ਜਾਂ ਉਹਨਾਂ ਨੂੰ ਕਹਿੰਦੇ ਆ ਕਿ ਸਾਡੀ ਸਪੋਰਟ ਕਰ ਦਿਓ, ਇਹ ਕਰ ਲਓ। ਤੇ ਉਹੀ ਕੁਝ ਸੁਖਬੀਰ ਜੀ ਨੇ ਸਾਨੂੰ ਟੇਬਲ ਟਾਕ ਵਾਸਤੇ ਬੁਲਾਇਆ ਸੀ। ਮੈਂ ਇਸ ਕਰਕੇ ਜਨਤਕ ਕਰ ਰਹੀ ਹਾਂ, ਲੋਕਾਂ ਨੂੰ ਇਹ ਵਹਿਮ ਦੂਰ ਕਰਨ ਵਾਸਤੇ ਕਿ 17 ਦੇ ਵਿੱਚ ਮੀਮਸਾ ਕੀ ਕਰਨ ਸੁਖਬੀਰ ਕੋਲ ਦਿੱਲੀ ਗਈ ਸੀ। ਸੁਖਬੀਰ ਜੀ ਨੇ ਮੈਨੂੰ ਆਫਰ ਦਿੱਤੀ ਕਿ ਮੀਮਸਾ ਤੁਸੀਂ ਸਾਡੀ ਅਕਾਲੀ ਦਲ ਪਾਰਟੀ ਜੁਆਇਨ ਕਰ ਲਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਾਡੀ ਵੋਟ ਬੈਂਕ ਡਾਊਨ ਨਹੀਂ ਜਾਣੀ ਚਾਹੀਦੀ। ਠੀਕ ਹੈ, ਅਸੀਂ ਜਿੱਤਣ ਦੀ ਪੋਜੀਸ਼ਨ 'ਚ ਨਹੀਂ ਹੈਗੇ, ਪਰ ਸਾਡਾ ਵੋਟ ਬੈਂਕ ਦਾ ਗ੍ਰਾਫ ਅਗਰ ਗਿਰ ਗਿਆ ਉਹ ਮੈਸੇਜ ਇੱਕ ਗਲਤ ਜਾਏਗਾ। ਦੂਸਰਾ ਆਪਸ਼ਨ ਉਹਨਾਂ ਨੇ ਦਿੱਤਾ, ਜਾਂ ਤੁਸੀਂ ਸਾਡੇ ਕੈਂਡੀਡੇਟ ਦੀ ਮਦਦ ਕਰ ਦਿਓ, ਪਰ ਟਿਕਟ ਦੀ ਕੋਈ ਗੱਲ ਉਦੋਂ ਵੀ ਨਹੀਂ ਹੋਈ ਸੀਗੀ। ਮੈਂ ਪ੍ਰਧਾਨ ਜੀ ਨੂੰ ਕਿਹਾ, ਦੇਖੋ ਸਰ ਵੀ ਮੇਰੀ ਇੱਕ ਰਿਕੁਐਸਟ ਸੁਣ ਲਓ, ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਸੋਚ ਕੇ ਤੁਹਾਨੂੰ ਗੱਲ ਦੱਸੂਗੀ, ਕਿਉਂਕਿ ਨੈਸ਼ਨਲ ਪਾਰਟੀ ਮੈਂ ਛੱਡ ਰਹੀ ਹਾਂ, ਹੈ ਨਾ। ਇੱਕ ਸਿਰਫ ਟਿਕਟ ਹੀ ਨਹੀਂ ਇਸ਼ੂ ਹੁੰਦਾ, ਮੈਂ ਨੈਸ਼ਨਲ ਪਾਰਟੀ ਛੱਡ ਤਾਂ ਰਹੀ ਹਾਂ, ਪਰ ਉਸ ਪਰਿਵਾਰ ਨਾਲ, ਪਾਰਟੀ ਨਾਲ ਆਪਣੀ ਦਿਲਾਂ ਰੂਹਾਂ ਜੁੜ ਜਾਂਦੀਆਂ ਨੇ, ਹੈ ਨਾ। ਛੱਡਣਾ ਕੋਈ ਸਖਾਲਾ ਨਹੀਂ ਹੁੰਦਾ, ਚਾਹੇ ਪਰਿਵਾਰ ਹੈ, ਚਾਹੇ ਪਾਰਟੀ ਹੈ, ਚਾਹੇ ਸਮਾਜ ਹੈ। ਅਤੇ ਮੈਂ ਉਹਨਾਂ ਨੂੰ ਕਹਿ ਕੇ ਵਾਪਸ ਆ ਗਈ ਘਰ। 3-4 ਦਿਨਾਂ ਬਾਅਦ ਮੈਨੂੰ ਫੋਨ ਆਇਆ ਕਿ ਤੁਹਾਡਾ ਵਿਚਾਰ ਕੀ ਹੈ। ਅਸੀਂ ਫਿਰ ਗਏ, ਉਸ ਦੌਰਾਨ ਮੈਂ 2-3 ਵਾਰ ਗਈ, ਪਰ ਉਸ ਟਾਈਮ ਮੈਂ ਨਹੀਂ ਦੇਖਿਆ, ਜਿਹੜੀ ਗੱਲ ਸਪਸ਼ਟ ਹੈ। ਜਦ ਵੋਟਾਂ ਪੈ ਚੁੱਕੀਆਂ, ਉਸ ਤੋਂ 2 ਦਿਨ ਬਾਅਦ ਮੈਨੂੰ ਜਾਣ ਦਾ ਮੌਕਾ ਮਿਲਿਆ। ਇਹ ਵੋਟਾਂ ਦੇ ਦੌਰ, ਦੇਖੋ ਉਸ 2017 ਦਸੰਬਰ ਲਾਸਟ ਹਫਤੇ ਦੀ ਗੱਲ ਕਰ ਰਹੀ ਹਾਂ, ਪਲੱਸ ਵੋਟਾਂ ਪੈਣ ਤੱਕ ਦੀ ਗੱਲ ਕਰ ਰਹੀ ਹਾਂ। ਉਸ ਦੌਰਾਨ ਦੀ ਨਹੀਂ ਗੱਲ ਕਰ ਰਹੀ ਮੈਂ ਵੀ ਮੈਂ ਦਿੱਲੀ ਗਈ ਹਾਂ। ਵੋਟਾਂ ਪੈਣ ਤੋਂ ਮੈਂ ਅਗਲੇ ਦਿਨ ਦੀ ਗੱਲ ਕਰ ਰਹੀ ਹਾਂ, 3 ਦਿਨ ਬਾਅਦ ਮੈਂ ਜਦ ਦਿੱਲੀ ਗਈ ਤਾਂ ਇਹ ਆਲਰੇਡੀ ਉੱਥੇ ਬੈਠੇ ਸੀਗੇ। ਕਿੱਥੇ ਬੈਠੇ ਸੀਗੇ? OSD ਦੇ ਰੂਮ ਦੇ ਵਿੱਚ, OSD ਦੇ ਰੂਮ 'ਚ ਬੈਠੇ ਸੀ। ਇੱਥੇ ਇਹ ਇਕੱਲਾ ਬੈਠਾ ਸੀ, ਅਰਸ਼ ਥੂਰੀ ਇਹਦੇ ਬੈਕ ਵਾਲੇ ਦਰਵਾਜ਼ੇ, ਇੱਕ ਕਮਰਾ ਹੈ ਜਿੱਥੇ ਇਹਨਾਂ ਦਾ ਮਤਲਬ ਕਿ ਸਾਰਾ ਰਿਕਾਰਡ ਰੱਖਿਆ ਹੋਇਆ, ਫਾਈਲਾਂ ਸੁਖਬੀਰ ਜੀ ਦੇ, ਬੀਬਾ ਜੀ ਦੇ ਰੱਖੀਆਂ ਹੁੰਦੀਆਂ ਨੇ, ਸਿਆਸੀ ਰਿਕਾਰਡ ਜਾਂ ਕਹਿ ਲਓ ਉਹਨਾਂ ਦੇ ਆਫੀਸ਼ੀਅਲ ਰਿਕਾਰਡਸ। ਇਹ ਬੰਦਾ ਉੱਥੇ ਬੈਠਾ ਸੀ। ਉਹ ਇੱਥੋਂ ਬਾਹਰ ਨਿਕਲ ਕੇ ਨਾਲ ਦਾ ਦਰਵਾਜ਼ਾ, ਉਹਦੇ ਮਗਰਲੇ ਪਾਸੇ ਬਣਿਆ ਹੋਇਆ ਹੈ ਇਹਨਾਂ ਦਾ, ਮਤਲਬ ਕਿ ਉਹ ਸਟੋਰ ਰੂਮ, ਉੱਥੇ ਬੈਠਾ ਸੀ। ਤੇ ਇਹ ਬੰਦੇ ਦੇ ਨਾਲ ਉਹ ਗੱਲ ਹੋਰ ਕਰਨੀ ਹੈ ਜੀ, ਮਤਲਬ ਇਹ ਤਸਵੀਰਾਂ ਤੁਸੀਂ ਹੁਣੀ ਕਿਉਂ ਜਨਤਕ ਕੀਤੀਆਂ? ਤਸਵੀਰਾਂ ਤਾਂ ਤੁਹਾਡੇ ਕੋਲੇ ਬੜੇ ਸਮੇਂ ਦੀਆਂ ਹੋਣਗੀਆਂ। ਲੋਕ ਪੁੱਛਦੇ ਆ ਵੀ ਇਸ ਵਾਰ ਵੀ ਇਹਨਾਂ ਨੂੰ ਟਿਕਟ ਆ ਜਿਹੜੀ ਉਹ ਨਹੀਂ ਮਿਲੀ, ਪਿਛਲੀ ਵਾਰ ਇਹਨਾਂ ਨੇ ਆਜ਼ਾਦ ਚੋਣ ਲੜੀ ਸੀ, ਰੌਲਾ ਟਿਕਟ ਦਾ ਹੀ ਤਾਂ ਨਹੀਂ ਕਿਤੇ? ਹਾਂਜੀ, ਮੈਂ ਦੱਸਦੀ ਹਾਂ। ਉਸ ਤੋਂ ਬਾਅਦ ਜੀ ਅਸੀਂ ਚਾਹ ਵੀ ਸਾਂਝੀ ਕੀਤੀ, ਕਾਫੀ ਦੇਰ ਬੈਠੇ, ਤਾਂ ਅਚਾਨਕ ਸੁਖਬੀਰ ਜੀ ਆਉਂਦੇ ਆ ਤੇ ਇਹਨਾਂ ਨੂੰ ਉਹਨਾਂ ਦਾ OSD ਆ ਕੇ ਬੁਲਾ ਕੇ ਲੈ ਜਾਂਦਾ ਤੇ ਇਹ ਚਲੇ ਜਾਂਦੇ ਹੋ, ਸਿੰਪਲੀ ਮਿਲਦੇ ਆ, ਵਾਪਸ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਮੈਨੂੰ ਬੁਲਾਇਆ ਜਾਂਦਾ, ਮੈਂ ਵੀ ਮਿਲਦੀ ਹਾਂ ਤੇ ਮੈਂ ਵੀ ਵਾਪਸ ਚਲੀ ਜਾਂਦੀ ਹਾਂ। ਉਸ ਦੌਰਾਨ ਇਹਨਾਂ ਦੀ ਕੀ ਗੱਲਬਾਤ ਹੋਈ ਮੈਨੂੰ ਨਹੀਂ ਪਤਾ। ਤੀਸਰੀ ਵਾਰ ਕਦੋਂ ਮਿਲੇ? ਰਿਜ਼ਲਟ ਆ ਚੁੱਕਿਆ ਸੀ 17 ਦਾ, ਕਾਂਗਰਸ ਦੀ ਸਰਕਾਰ ਬਣ ਚੁੱਕੀ ਸੀ। ਹੁਣ ਟੈਨਸ਼ਨ ਇਹ ਸੀ, ਮੈਂ ਆਜ਼ਾਦ ਕਾਗਜ਼ ਭਰੇ ਹੋਏ ਸੀ, ਅਕਾਲੀ ਦਲ ਦੇ ਬੂਥ ਤੇ ਬੈਠ ਕੇ ਮੈਂ ਪ੍ਰਚਾਰ ਕੀਤਾ ਹੋਇਆ ਸੀ। ਇੱਕ ਸਿਆਸੀ ਬੰਦਾ ਹੀ ਇਹ ਮੇਰੀ ਭਾਵਨਾਵਾਂ ਨੂੰ ਸਮਝ ਸਕਦਾ ਔਰ ਮਹਿਸੂਸ ਕਰ ਸਕਦਾ। ਜਦ ਵੀ ਕੋਈ ਕੈਂਡੀਡੇਟ ਕਿਸੇ ਦੂਜੀ ਪਾਰਟੀ ਦੇ ਉਹਦੇ ਹੱਕ 'ਚ ਬੈਠਦਾ ਹੈ ਔਰ ਆਪਣੀ ਮਾਂ ਪਾਰਟੀ ਦਾ ਵਿਰੋਧ ਕਰਦਾ ਹੈ, ਤਾਂ ਉਹ ਪਾਰਟੀ ਉਹਨੂੰ ਜਲਦੀ ਐਕਸੈਪਟ ਨਹੀਂ ਕਰਦੀ। ਅਤੇ ਮੈਨੂੰ 5 ਸਾਲ ਵਾਸਤੇ, 6 ਸਾਲ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਤਾ ਸੀਗਾ। ਅਤੇ ਮੈਨੂੰ ਇਹ ਹੋ ਗਿਆ ਵੀ ਕਾਂਗਰਸ ਦੀ ਸਰਕਾਰ ਬਣ ਗਈ ਹੈ, ਹੁਣ ਤਾਂ ਮੈਂ ਬਿਨਾਂ ਪਾਰਟੀ ਤੋਂ ਹੋ ਗਈ। ਮਨ 'ਚ ਕੁਐਸਚਨ ਆਇਆ ਅਤੇ ਮੈਂ ਆਪਣੇ ਘਰ 'ਚ ਸਲਾਹ ਕੀਤੀ, ਆਪਣੇ ਸਮਰਥਕਾਂ ਨਾਲ ਸਲਾਹ ਕੀਤੀ ਕਿ ਹੁਣ ਮੈਨੂੰ ਕੀ ਡਿਸੀਜ਼ਨ ਲੈਣਾ ਚਾਹੀਦਾ। ਤਾਂ ਓਬਵੀਅਸਲੀ ਮੈਨੂੰ ਇਹ ਲੱਗਿਆ ਮੇਰੀ ਜ਼ਮੀਰ ਦੀ ਆਵਾਜ਼ ਜਿਹੜੀ ਅੱਜ ਲੋਕਾਂ ਤੱਕ ਜਾ ਰਹੀ ਹੈ ਕਿ ਮੈਨੂੰ ਇੱਕ ਵਾਰ ਪ੍ਰਧਾਨ ਜੀ ਸੁਖਬੀਰ ਜੀ ਤੋਂ ਪੁੱਛ ਲੈਣਾ ਚਾਹੀਦਾ ਕਿ ਉਹਨਾਂ ਦੇ ਕੀ ਵਿਚਾਰ ਨੇ। ਫਿਰ ਵੀ ਉਹਨਾਂ ਨੇ ਸਿਆਸਤ ਹੱਡਾਂ 'ਚ ਰਚਾਈ ਹੈ, ਉਹਨਾਂ ਦੇ ਬਾਪ ਤੋਂ ਉਹਨਾਂ ਨੂੰ ਗੁੜਤੀ ਮਿਲੀ ਹੋਈ ਹੈ ਸਿਆਸਤ ਦੀ, ਵੀ ਸ਼ਾਇਦ ਮੈਨੂੰ ਚੰਗੇ ਰਾਹ ਪਾ ਦੇਣਗੇ। ਅਤੇ ਉਹ ਮਨ ਬਣਾ ਕੇ ਅਸੀਂ ਦਿੱਲੀ ਪਹੁੰਚੇ। ਜਦ ਮੈਂ ਗਈ ਤਾਂ ਇਹ ਆਲਰੇਡੀ ਸਰਦਾਰ ਸੁਖਬੀਰ ਸਿੰਘ ਜੀ ਦੇ ਕਮਰੇ 'ਚ ਬੈਠੇ ਹੋਏ ਸੀਗੇ। ਚਲੋ ਜੀ, ਇਹ ਗੱਲ ਤਾਂ ਗਈ ਵੀ, ਚਲੋ ਮੈਂ ਅੱਗੇ ਦੱਸਦੀ ਹਾਂ ਜੀ ਤੁਹਾਨੂੰ। ਮੈਂ ਅਸਲ 'ਚ ਸਵਾਲ ਮੈਂ ਤੁਹਾਨੂੰ ਪਤਾ ਕੀ ਕਰਨਾ ਚਾਹੁੰਦਾ ਜੀ। ਹਲਕੇ ਦੇ ਲੋਕ ਗੱਲ ਪਤਾ ਕੀ ਕਰਦੇ ਆ ਜੀ, ਹਲਕੇ ਦੇ ਲੋਕ ਕਹਿੰਦੇ ਆ ਕਿ ਮੀਮਸਾ ਆਏ ਵਾਰ ਇਦਾਂ ਹੀ ਕਰਦੇ ਨੇ
ਉਹ ਵੋਟਾਂ ਦੇ ਨੇੜੇ ਆ ਕੇ ਕੁਛ ਨਾ ਕੁਛ ਲੈ ਬੈਠਦੇ ਨੇ, ਜਾਂ ਪੈਸੇ ਦੀ ਗੱਲ ਕਰ ਲਈਏ ਜਾਂ ਕਿਸੇ ਅਹੁਦੇ ਦੀ ਗੱਲ ਕਰ ਲਈਏ, ਉਹ ਆਪਣੀ ਪਾਰਟੀ ਨੂੰ ਧੋਖਾ ਦੇ ਜਾਂਦੇ ਨੇ। ਪਿਛਲੀ ਵਾਰ ਤੁਸੀਂ ਕਾਂਗਰਸ ਦੇ ਨਾਲ ਇਹ ਕੀਤਾ, ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਛੱਡਿਆ। ਲੋਕ ਗੱਲਾਂ ਕਰਦੇ ਨੇ ਜੀ, ਇਹਦਾ ਕੀ ਜਵਾਬ ਦਿਓਗੇ ਜਦੋਂ ਹਲਕੇ ਦੇ ਵਿੱਚ ਜਾਓਗੇ ਤੁਸੀਂ? ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਜੀ, ਹਜੇ ਮੇਰੀ ਇਹ ਗੱਲ ਪੂਰੀ ਨਹੀਂ ਹੋਈ ਸੀ। ਜਦ ਉਹ ਦੋਨੋਂ ਸ਼ਖਸ ਅੰਦਰ ਬੈਠੇ ਸੀ, ਹਰਸ਼, ਉਹਨਾਂ ਦੇ ਚਿਹਰੇ ਉੱਡੇ ਹੋਏ ਸੀ, ਉਹਨਾਂ ਨੇ ਮੈਨੂੰ ਨਹੀਂ ਬੁਲਾਇਆ। ਮੈਂ ਵੀ ਜਾ ਕੇ ਓਬਵੀਅਸਲੀ ਬੈਠ ਗਈ। ਫਿਰ ਵੀ ਮੇਰਾ ਮਨ ਇੱਕ ਮਤਲਬ ਮਮਤਾ ਭਰਿਆ ਹੈਗਾ। ਕੋਈ ਵੀ, ਚਾਹੇ ਮੇਰਾ ਬੇਟਾ ਹੈ ਚਾਹੇ ਕਿਸੇ ਦਾ ਵੀ ਬੇਟਾ ਹੈ, ਮੇਰੀ ਆਦਤ ਹੁੰਦੀ ਹੈ ਮੈਂ ਫਿਰ ਵੀ ਪੁੱਛ ਲੈਂਦੀ। ਮੈਂ ਉਹਨੂੰ ਪੁੱਛਿਆ, ਹਰਸ਼ ਹੋ ਠੀਕ ਹੋ? ਪਰ ਉਹਦਾ ਕੋਈ ਇਹਦੀ ਪ੍ਰਤੀਕਿਰਿਆ ਨਹੀਂ ਸੀ। ਮੈਨੂੰ ਉਹਨੇ ਮੁੜ ਕੇ ਵੀ ਨਹੀਂ ਵੇਖਿਆ ਅਤੇ ਮੈਨੂੰ ਥੋੜ੍ਹਾ ਫੀਲ ਹੋਇਆ ਵੀ ਮੈਂ ਗਲਤ ਕੀਤਾ ਇਸ ਬੱਚੇ ਨੂੰ ਬੁਲਾ ਕੇ। ਉਹਦੀ ਇੰਨੀ ਕੁ ਟੈਨਸ਼ਨ ਸੀਗੀ, ਡਿਪਰੈਸ਼ਨ 'ਚ ਸੀਗੇ। ਜੈਸੇ ਸੁਖਬੀਰ ਜੀ ਅੰਦਰ ਐਂਟਰ ਕਰੇ, ਧੱਕੇ ਜਿਹੇ ਨਾਲ ਅੰਦਰ ਆਏ ਅਤੇ ਆਉਂਦੇ ਹੀ ਉਹ ਖੜੇ ਹੋ ਗਏ। ਉਹਨਾਂ ਨੇ ਪ੍ਰਧਾਨ ਜੀ ਦਾ ਹੱਥ ਫੜਿਆ, ਕਹਿੰਦੇ ਪ੍ਰਧਾਨ ਜੀ ਕਾਂਗਰਸ ਦੀ ਸਰਕਾਰ ਬਣ ਗਈ, ਸਾਡਾ ਕੁਝ ਕਰੋ। ਪ੍ਰਧਾਨ ਜੀ ਬੈਠਦੇ ਉਹਨਾਂ ਦੇ ਹੱਥ ਫੜਦੇ ਹੋਏ ਕਹਿੰਦੇ ਤੁਹਾਡਾ ਹੋ ਗਿਆ, ਤੁਹਾਨੂੰ ਫੋਨ ਆਏਗਾ, ਆਪਾਂ ਛੇਤੀ ਮਿਲਦੇ ਹਾਂ। ਅਤੇ ਇਹ ਵੀ ਆਪਣੀ ਹੋਈ ਸਰਕਾਰ ਹੈ, ਠੀਕ ਹੈ ਜੀ। ਹੁਣ ਤੁਸੀਂ ਗੱਲ ਕੀਤੀ ਹੈ ਵੀ ਮੀਮਸਾ ਹਰ ਵਾਰ ਇਲੈਕਸ਼ਨਾਂ 'ਚ ਇਹ ਕਿਉਂ ਕਰਦੀ ਹੈ। 2012 'ਚ ਵੀ ਮੀਮਸਾ ਕੈਂਡੀਡੇਟ ਸੀ, ਮੁਹੰਮਦ ਸਦੀਕ ਨੂੰ ਟਿਕਟ ਮਿਲਿਆ ਸੀ, ਮੀਮਸਾ ਕਵਰਿੰਗ ਕੈਂਡੀਡੇਟ ਸੀ। ਉਦੋਂ ਵੀ ਮੀਮਸਾ ਵਿਰੋਧ ਕਰ ਸਕਦੀ ਸੀ, ਹੱਕ ਸੀਗਾ ਪੂਰਾ, ਫਰੈਸ਼ ਚਿਹਰਾ ਸੀਗਾ, ਵੋਟ ਬੈਂਕ ਵੀ ਬਹੁਤ ਸੀਗਾ। ਕਿਉਂਕਿ ਸਮੇਂ ਦੇ ਨਾਲ ਆਪਣੇ ਵਰਕਰ ਵੀ ਟੁੱਟਦੇ ਜਾਂਦੇ ਆ। ਉਹ ਵੀ ਕੋਈ ਸਮਾਂ ਦੇਖਦੇ ਆ ਕਿ ਅੱਜ ਇਹ ਮੀਮਸਾ ਦੇ ਨਾਲ 100 ਬੰਦਾ ਹੈ, ਕੱਲ੍ਹ ਨੂੰ ਦੂਸਰੀ ਵਾਰ ਟਿਕਟ ਨਹੀਂ ਮਿਲਦੀ 50 ਰਹਿ ਜਾਂਦੇ ਨੇ, ਤੀਸਰੀ ਵਾਰ ਨਹੀਂ ਮਿਲਦੀ 20 ਰਹਿ ਜਾਂਦੇ ਨੇ, ਆਖਰ ਨੂੰ ਮੀਮਸਾ ਇਕੱਲੀ ਰਹਿ ਜਾਂਦੀ ਹੈ, ਠੀਕ ਹੈ। ਇਹ ਜਿਹੜੇ ਹੈਗੇ ਨੇ ਗੱਲਾਂ, ਦੇਖੋ ਆਮ ਵੋਟਰ ਤਾਂ ਸਿਰਫ ਇਹ ਦੇਖਦਾ ਹੈ ਕਿ ਸਾਡੇ ਲੀਡਰ 'ਤੇ ਧੱਬਾ ਲਾਤਾ, ਸਾਡੀ ਸਰਕਾਰ ਆਣੀ ਹੈ। ਪਰ ਜਿਹੜੀਆਂ ਅੰਦਰਲੀਆਂ ਗੱਲਾਂ ਨੇ ਉਹ ਜਾਂ ਤਾਂ ਲੀਡਰ ਸਮਝ ਸਕਦਾ ਹੈ, ਜਾਂ ਮੈਂ ਕਹਿ ਸਕਦੀ ਹਾਂ ਕਿ ਜਿਹੜੇ ਸਿਆਸੀਕਰਨ ਕਰਦੇ ਨੇ, ਜਾਂ ਮਤਲਬ ਕਿ ਸਿਆਸਤ ਨੂੰ ਸਮਝਦੇ ਆ, ਜਾਂ ਪੱਤਰਕਾਰ ਜਿਹੜੇ ਸੈਟਿੰਗਾਂ ਕਰਵਾਉਂਦੇ ਨੇ ਜਾਂ ਕਰਦੇ ਨੇ, ਉਹ ਸਮਝ ਸਕਦੇ ਹੋਗੇ। ਮੇਰੀ ਇਹ ਪਹੁੰਚ ਤੋਂ ਬਾਹਰ ਹੈ। ਹੁਣ ਸੈਟਿੰਗਾਂ ਜੇ ਕਰਨੀ ਹੁੰਦੀ, ਮੀਮਸਾ ਅੱਜ ਵੀ ਕਿਰਾਏ ਦੇ ਮਕਾਨ 'ਚ ਬੈਠੀ ਹੈ। ਮੀਮਸਾ ਦੇ ਬੱਚੇ ਅੱਜ ਵੀ ਬੇਰੁਜ਼ਗਾਰ ਬੈਠੇ ਨੇ। ਮੀਮਸਾ ਅੱਜ ਵੀ ਕਿਸੇ ਦੀ ਦੇਣਦਾਰ ਹੋ ਸਕਦੀ ਹੈ। ਅਗਰ ਸੈਟਿੰਗਾਂ ਕਰਨੀ ਹੈ, ਜਾਂ ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਇੰਨਾ ਵੱਡਾ ਇਲਜ਼ਾਮ ਲਗਾ ਰਹੀ ਹੈ ਕਿ ਉਹ ਮੇਰੇ ਕੋਲ ਤੱਕ ਸੈਟਿੰਗਾਂ ਕਰਨ ਵਾਸਤੇ ਨਹੀਂ ਪਹੁੰਚਣਗੇ, ਕਿ ਉਹ ਮੈਨੂੰ ਆਫਰ ਨਹੀਂ ਦੇਣਗੇ ਟਿਕਟ ਵਾਸਤੇ, ਕਿ ਉਹ ਆਫਰ ਨਹੀਂ ਦੇਣਗੇ ਮੇਰੇ ਬੱਚੇ ਦੀ ਨੌਕਰੀ ਵਾਸਤੇ, ਕਿਉਂਕਿ ਉਹਨਾਂ ਦੀ ਸਰਕਾਰ ਬਣਨੀ ਹੈ। ਮੈਂ ਉਹੀ ਤਾਂ ਪੁੱਛਦਾ ਹਾਂ ਜੀ, ਮਤਲਬ ਇਹ ਚੀਜ਼ਾਂ ਕਿਤੇ ਇਹੀ ਚੀਜ਼ ਵਾਸਤੇ ਤਾਂ ਨਹੀਂ ਵੀ ਕੀ ਪਤਾ ਸੁਖਬੀਰ ਬਾਦਲ ਡਰ ਜਾਣ, ਆ ਕੇ ਕਹਿ ਦੇਣ ਵੀ ਆਓ ਮੀਮਸਾ ਜੀ ਲੜਾਉਂਦੇ ਆ ਤੁਹਾਨੂੰ। ਮੈਂ ਨਾ ਫਰਵਰੀ ਨੂੰ, ਇਸੇ 2021 ਦੀ ਫਰਵਰੀ ਨੂੰ ਕਿਸੇ ਸੰਬੰਧਿਤ SIT ਮੈਂਬਰ ਨੂੰ ਮਿਲੀ ਸੀ। ਉਹਨਾਂ ਨੂੰ ਮੈਂ ਸਾਰੀ ਚੀਜ਼ਾਂ ਜਾਣੂ ਕਰਾਤੀਆਂ ਸੀਆਂ। ਸਾਡਾ ਪ੍ਰੋਸੈਸ ਸ਼ੁਰੂ ਹੋ ਗਿਆ ਸੀਗਾ। ਅਸੀਂ ਨਾ ਇੱਕ ਫੈਸਲਾ ਲਿਆ ਸੀਗਾ, SITO ਮੈਂਬਰ ਨੇ ਅਤੇ ਮੈਂ, ਕਹਿੰਦੇ ਮੈਡਮ ਤੁਸੀਂ ਦੱਸੋ ਇਹ ਪਬਲਿਕਲੀ ਕਰਨਾ ਹੈ ਕਿ ਆਪਾਂ ਇਹਨੂੰ ਸਾਇਲੈਂਟਲੀ ਕੰਮ ਕਰੀਏ। ਮੈਂ ਉਹਨਾਂ ਨੂੰ ਕਿਹਾ ਸੀ ਦੇਖੋ ਵੀ ਇਸ ਨੂੰ ਸਾਇਲੈਂਟਲੀ ਕਰੋ, ਕਿਉਂਕਿ ਸਿੱਟ ਦਾ ਕੰਮ ਨਹੀਂ ਹੈਗਾ ਵੀ ਇਹ ਚੀਜ਼ਾਂ ਸਾਰੀ ਜਨਤਕ ਹੋਣ, ਜਦ ਤੱਕ ਆਪਾਂ ਸਹੀ ਛਿੱਟੇ 'ਤੇ ਨਹੀਂ ਪਹੁੰਚਦੇ। ਕਿਸੇ ਕਾਰਨ ਮੰਡੇ ਨੂੰ ਆ ਜਿਹੜਾ ਮਤਲਬ ਕਿ 8 ਦਾ ਮੰਡੇ ਸੀ ਜਿਹੜਾ ਹੁਣ ਲੰਘਿਆ, ਮੈਨੂੰ ਉਸ ਤੋਂ ਪਹਿਲਾਂ ਮੈਨੂੰ ਜਾਣਾ ਪਿਆ DGP ਕੋਲ। ਮੈਨੂੰ DGP ਕੋਲ ਕਿਉਂ ਜਾਣਾ ਪਿਆ? ਕਿਉਂਕਿ 3 ਤਰੀਕ ਨੂੰ TV 'ਤੇ ਮੈਂ ਖਬਰ ਦੇਖਦੀ ਹਾਂ ਕਿ ਕੋਰਟ ਵੱਲੋਂ ਆਰਡਰ ਮਿਲ ਗਏ ਵੀ ਤੁਸੀਂ ਜਿਹੜਾ ਬਾਬਾ ਹੈਗਾ ਆਪਣਾ ਉੱਥੇ ਜੇਲ੍ਹ ਦੇ ਵਿੱਚ ਜਾ ਰਹੇ ਨੇ ਮੁਲਾਕਾਤ ਕਰਨ ਵਾਸਤੇ, ਅਤੇ ਉਹਨਾਂ ਤੋਂ ਕਾਫੀ ਸਵਾਲ ਜਵਾਬ ਕਰਨਗੇ। ਤਾਂ ਬੈਠੇ ਬੈਠੇ ਮੇਰੇ ਜ਼ਿਹਨ 'ਚ ਵੀ ਆਇਆ ਜਰਨਲੀ ਵੀ ਮੇਰੇ ਕੋਲ ਆਹ ਫੋਟੋਆਂ ਜੀਆਂ ਨੇ, ਅਤੇ ਮੈਂ ਆਲਰੇਡੀ ਸਿੱਟ ਦੇ ਮੈਂਬਰ ਨੂੰ ਤਾਂ ਦੇ ਚੁੱਕੀ ਹਾਂ, ਪਰ ਉਹ ਪਤਾ ਨਹੀਂ ਪਹੁੰਚਦੀਆਂ ਕਰੂ ਕਿ ਨਹੀਂ ਕਰੂ, ਕਿਉਂਕਿ ਲੋਕ ਕਹਿੰਦੇ ਨੇ ਵੀ ਇਹ ਸੁਖਬੀਰ ਦੀ ਸਰਕਾਰ ਹੈ, ਸੁਖਬੀਰ ਦੇ ਪੁਲਿਸ ਅਫਸਰ ਨੇ, ਹੈ ਨਾ। ਮਨ 'ਚੋਂ ਇੱਕ ਥੋੜ੍ਹਾ ਪ੍ਰਸ਼ਨ ਜਾਇਆ ਵੀ ਨਹੀਂ, ਹੁਣ ਅਗਰ ਉਹਨੂੰ ਪ੍ਰਸ਼ਨ ਪੁੱਛਣ ਜਾ ਰਹੇ ਨੇ ਤਾਂ ਮੈਂ ਜ਼ਰੂਰ DGP ਨੂੰ ਦੇਵਾਂ ਵੀ ਉਹ ਤਾਂ ਇਨਸਾਨ ਅੱਛਾ ਹੋਏਗਾ ਨਾ। ਮੈਂ DGP ਕੋਲ ਉਸ ਬੰਦੇ ਦੇ ਥਰੂ ਪਹੁੰਚਣ ਦੀ ਕੋਸ਼ਿਸ਼ ਕੀਤੀ। ਮੈਂ ਉਹਨਾਂ ਨੂੰ ਫ਼ੋਨ ਕੀਤਾ, ਮੈਂ ਕਿਹਾ ਸਰ ਵੀ ਮੈਨੂੰ ਨਾ DGP ਸਾਹਿਬ ਦਾ ਨੰਬਰ ਲੈ ਦਿਓ। ਉਹਨਾਂ ਨੇ ਮੈਨੂੰ ਉਲਟਾ ਪੁੱਛਿਆ ਮੁੜ ਕੇ, ਕਹਿੰਦੇ ਕੀ ਕੰਮ ਪੈ ਗਿਆ? ਮੈਂ ਕਿਹਾ ਜੀ ਪੁਲਿਸ ਦੇ ਕੋਲ ਆਪਾਂ ਨੇ ਗੱਲ ਤਾਂ ਰੱਖਤੀ ਤੁਹਾਡੇ ਕੋਲ, ਵੀ ਪਤਾ ਨਹੀਂ ਉਹ ਕਿਸ ਨਜ਼ਰੀਏ ਨਾਲ ਦੇਖਣਗੇ, ਵੀ ਮੈਂ ਇੱਕ ਵਾਰ ਖੁਦ ਰੂਬਰੂ ਮਿਲਣਾ ਚਾਹੁੰਦੀ ਹਾਂ। ਉਹ ਕਹਿੰਦੇ ਚਲੋ ਮੈਂ ਦੇਖਦਾ ਟਰਾਈ ਕਰਕੇ। ਦੇਖੋ ਉਹਨਾਂ ਨੇ ਮੈਨੂੰ ਟਾਈਮ ਲੈ ਕੇ ਦਿੱਤਾ, 5 ਵਜੇ ਦਾ ਮੇਰਾ ਟਾਈਮ ਫਿਕਸ ਹੋਇਆ 5 ਤਰੀਕ ਨੂੰ, ਵਿਸ਼ਕਰਮਾ ਡੇ ਵਾਲੇ ਦਿਨ। ਔਰ ਮੈਂ ਇੱਥੇ ਕਿਸੇ ਭੋਗ 'ਤੇ ਸੀ, 1:30 ਵਜੇ ਮੈਂ ਫ੍ਰੀ ਹੁੰਦੇ ਹੀ ਮੈਂ ਚੰਡੀਗੜ੍ਹ ਨੂੰ ਲੰਘ ਗਈ। ਉੱਥੇ ਮੈਂ ਉਹਨਾਂ ਦੀ ਰਿਹਾਇਸ਼ 'ਤੇ ਗਈ 5 ਵਜੇ, ਸਹੀ ਮੈਂ ਐਗਜ਼ੈਕਟ 5 ਵਜੇ ਉਹਨਾਂ ਦੀ ਰਿਹਾਇਸ਼ 'ਤੇ ਦੀ। ਔਰ ਗੱਡੀ 'ਚ ਬੈਠੀ ਸੀ, ਮੇਰੇ ਹਸਬੈਂਡ ਉਤਰੇ, 3 ਵਾਰ ਉਹਨਾਂ ਦੇ ਘਰ ਗਏ ਤਾਂ ਪਤਾ ਚੱਲਿਆ DGP ਸਾਹਿਬ ਨਹੀਂ ਆਏ। 8:30 ਵਜੇ ਤੱਕ ਮੈਂ ਗੱਡੀ 'ਚ ਬੈਠੀ ਰਹੀ। ਦੇਖੋ ਜੇ ਮੀਮਸਾ ਨੂੰ ਕੋਈ ਸਿਆਸੀ ਲਾਲਚ ਹੁੰਦਾ ਤਾਂ ਮੈਂ ਕਿਸੇ ਨਾ ਕਿਸੇ ਉਹਨਾਂ ਦੇ ਸੁਖਬੀਰ ਦੇ ਚਮਚਿਆਂ ਤੋਂ ਜਾਂ ਕਿਸੇ ਚੇਲੇ ਨੂੰ ਇਹ ਥੋੜ੍ਹੀ ਜਿਹੀ ਹਿੰਟ ਦੇ ਵੀ ਸਕਦੀ ਸੀ ਵੀ ਮੇਰੇ ਕੋਲ ਆਹ ਚੀਜ਼ ਹੈ, ਤਾਂ ਕਿ ਉਹ ਮੇਰੇ ਕੋਲ ਭੱਜੇ ਆਉਣ। ਬਟ ਮੈਂ ਇਹੋ ਜਿਹਾ ਕੁਛ ਨਹੀਂ ਕੀਤਾ, ਕਿਉਂਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਆਦਰ ਸਤਿਕਾਰ ਆਪਣੇ ਮੰਨਦੀ ਹਾਂ। ਮੇਰੀ ਆਹ ਸਾਹ ਜਿਹੜਾ ਬੋਲ ਰਹੀ ਹਾਂ, ਸ਼ਾਇਦ ਉਹਦੀ ਦੇਣ ਕਰਕੇ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੈਂ ਤੁਹਾਨੂੰ ਜਵਾਬ ਦੇ ਰਹੀ ਹਾਂ, ਹੈ ਨਾ। ਕਿਤੇ ਤਾਂ ਕਿਤੇ ਮੇਰੇ ਸਰੀਰ 'ਚ ਬਸੇ ਹੋਏ ਨੇ ਇਸ ਟਾਈਮ, ਉਹ ਉਹਨਾਂ ਦੀ ਗੱਲ ਹੈ, ਇਹ ਮੈਂ ਨਹੀਂ ਕਰੀ, ਖੁਦ ਉਹ ਬੋਲ ਰਹੇ ਨੇ, ਮੇਰੀ ਤਾਂ ਜ਼ੁਬਾਨ ਹਿਲ ਰਹੀ ਹੈ ਬਸ, ਹੈ ਨਾ। ਅਤੇ
ਜਦ ਮੈਨੂੰ ਲੱਗਿਆ ਕਿ ਨਹੀਂ ਗੜਬੜ ਹੈ ਕੁਝ, 8:30 ਵੱਜ ਗਏ, ਮੈਂ ਫਿਰ ਫੋਨ ਲਗਾਇਆ ਉਹਨਾਂ ਨੂੰ, ਤਾਂ ਉਹਨਾਂ ਨੇ ਫੋਨ ਕੀਤਾ ਤਾਂ ਮੈਨੂੰ ਕਹਿੰਦੇ 82 ਬਟਾਲੀਅਨ ਸੈਕਟਰੀਏਟ ਦੇ ਕੋਲ ਹੈ ਕੋਈ ਮਤਲਬ ਆਫਿਸਰ, ਪੁਲਿਸ ਅਫਸਰਾਂ ਦਾ ਕੋਈ ਮੈਸ ਹੈ, ਵੀ ਤੁਸੀਂ ਮੀਮਸਾ ਜੀ ਉੱਥੇ ਚਲੇ ਜਾਓ, ਤੁਹਾਨੂੰ ਉੱਥੇ ਉਹ ਮਿਲਣਗੇ। ਮੈਂ ਉੱਥੇ ਗਈ, ਉੱਥੇ ਡੀਜੀਪੀ ਸਾਹਿਬ ਬੈਠੇ ਸੀਗੇ ਸਿਵਲ ਡਰੈਸ ਦੇ ਵਿੱਚ, ਅਤੇ ਨਾਲ ਹੀ ਉਹਨਾਂ ਦੇ ਭੁੱਲਰ ਜੀ ਬੈਠੇ ਸੀਗੇ, ਉਹ ਵੀ ਸਿਵਲ ਡਰੈਸ 'ਚ ਸੀ, ਲੰਬੇ ਜਿਹੇ ਸੀਗੇ, ਪਤਲੇ ਜਿਹੇ। ਮੈਂ ਦੋਨੋਂ ਨੂੰ ਪਹਿਲੀ ਵਾਰ ਦੇਖਿਆ ਸੀ, ਕਸਮ ਨਾਲ ਕਹਿ ਰਹੀ ਹਾਂ। ਅਤੇ ਦੇਖ ਕੇ ਮੈਨੂੰ ਚਲੋ ਯੂਨੀਫਾਰਮ 'ਚ ਹੋਰ ਹੁੰਦੀ ਹੈ ਸ਼ਖਸ ਦੀ ਪਰਸਨੈਲਿਟੀ, ਹੈ ਨਾ, ਸਿਵਲ 'ਚ ਹੋਰ ਹੁੰਦੀ ਹੈ। ਹਾਲਾਂਕਿ ਮੈਂ ਭੁੱਲਰ ਜੀ ਨੂੰ ਯੂਨੀਫਾਰਮ 'ਚ ਦੇਖਿਆ ਫੋਟੋਆਂ ਦੇ ਵਿੱਚ, ਤਾਂ ਕਾਫੀ ਮੈਨੂੰ ਅੱਛੇ ਲੱਗਦੇ ਆ, ਉਹਨਾਂ ਦੀ ਪਰਸਨੈਲਿਟੀ ਵੀ ਵਾਕਈ ਇੱਕ ਪੁਲਿਸ ਪਰਸਨੈਲਿਟੀ ਕਾਊਂਟ ਕਰਦੀ ਹੈ ਇਹਨਾਂ 'ਚ। ਬੈਠੇ ਸੀ, ਮੈਂ ਕੋਈ ਇਹ ਡਰੀ ਨਹੀਂ ਕਿ ਉਹ ਕਿਸ ਤਰ੍ਹਾਂ ਨੇ ਜਾਂ ਇਹ ਕਿਸ ਤਰ੍ਹਾਂ ਨੇ, ਕਿਉਂਕਿ ਸੱਚ ਕਦੀ ਕਿਸੇ ਤੋਂ ਡਰ ਕੇ ਨਹੀਂ ਚੱਲਦਾ ਹੁੰਦਾ। ਮੈਨੂੰ ਕਹਿੰਦੇ ਹਾਂਜੀ ਦੱਸੋ। ਮੈਂ ਕਿਹਾ ਜੀ ਸਰ ਵੀ ਮੈਂ ਤੁਹਾਡੇ ਕੋਲ ਆਈ ਹੈਗੀ ਹਾਂ, ਵੀ ਮੈਂ ਕੁਝ ਗੱਲ ਰੱਖਣਾ ਚਾਹੁੰਦੀ ਹਾਂ। ਕਹਿੰਦੇ ਹਾਂਜੀ ਦੱਸੋ ਕੀ ਗੱਲ ਰੱਖਣਾ ਚਾਹੁੰਦੇ ਹੋ। ਮੈਂ ਸਾਰੀ ਗੱਲ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਵੀ ਮੈਂ ਇਸ ਤਰ੍ਹਾਂ ਕਰਕੇ ਹਰਸ਼ ਨੂੰ, ਧੂਰੀ ਨੂੰ, ਸੁਖਬੀਰ ਜੀ ਦੇ ਕੋਲ 3 ਵਾਰ ਦੇਖਿਆ, ਮੈਂ ਸਾਰੀ ਗੱਲ ਡਿਟੇਲ 'ਚ ਦੱਸੀ ਜੀ। ਉਹ ਉਹਨਾਂ ਨੇ ਕਿਹਾ ਕਿ ਹੁਣ ਤਾਂ ਉਹ ਪੀਓ ਡਿਕਲੇਅਰ ਹੋ ਗਿਆ। ਫਿਰ ਮੇਰੇ ਜਿਹੜੇ ਸਵਾਲ ਸੀ, ਮੈਂ ਹੱਥ ਜੋੜ ਕੇ ਉਹਨਾਂ ਨੂੰ ਕਿਹਾ, ਮੈਂ ਕਿ ਡੀਜੀਪੀ ਸਾਹਿਬ ਇਸ 'ਤੇ ਸਿਆਸਤ ਨਾ ਕਰੀਏ, ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਾਂ ਇਨਸਾਫ ਵੱਲ ਚੱਲੀਏ। ਦੇਖੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਵੱਡੇ ਲੀਡਰਾਂ ਦੇ ਹੱਥ ਹੁੰਦੇ ਨੇ ਜ਼ਰੂਰ, ਪਰ ਜਿਹੜਾ ਇਸ ਟਾਈਮ ਆਪਾਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ, ਆਪਣੀ ਵਰਦੀ ਦਾ ਜਿਹੜਾ ਜਵਾਬ ਹੈ ਉਹ ਲੋਕਾਂ ਨੂੰ ਦੇਣਾ ਹੈ, ਅਤੇ ਉਹ ਕਿਤੇ ਨਾ ਕਿਤੇ ਆਪਾਂ ਨੂੰ ਉਹਦੀ ਲੜਾਈ ਲੜਨੀ ਚਾਹੀਦੀ ਹੈ। ਸ਼ਾਰਟ ਦੇ ਵਿੱਚ ਕਰ ਲਈਏ ਜੀ, ਹੁਣ ਮਤਲਬ ਤੁਸੀਂ ਆਪਣੇ ਪੱਖੋਂ ਕਹਿੰਦੇ ਹੋ ਵੀ ਬੇਅਦਬੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਈ ਆ? ਨਹੀਂ, ਮੈਂ ਸ਼੍ਰੋਮਣੀ ਅਕਾਲੀ ਦਲ 'ਤੇ ਇਹ ਇਲਜ਼ਾਮ ਨਹੀਂ ਲਗਾਉਂਦੀ ਵੀ ਉਹਨੇ ਕਰਾਈ ਹੈ, ਠੀਕ ਹੈ ਜੀ। ਬਸ ਮੇਰੀ ਮੰਗ ਇਹੀ ਹੈ, ਅਗਰ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਜਦ ਮੈਂ ਡੀਜੀਪੀ ਸਾਹਿਬ ਨੂੰ ਮਿਲੀ, ਉਹਨਾਂ ਨੇ CI ਸਟਾਫ ਦੀ ਡਿਊਟੀ ਲਾਈ, ਤਾਂ ਉੱਥੋਂ ਸਾਲ ਦੇ ਬਾਅਦ ਅੱਜ ਇਹ ਗੱਲ ਕਿਉਂ ਲੀਕ ਹੋਈ? ਉਸ ਤੋਂ ਬਾਅਦ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਬਰਾੜ ਜੀ ਔਰ ਕਈ ਉਹਨਾਂ ਦੇ ਬੰਦੇ ਮੇਰੇ ਘਰ ਕਿਉਂ ਆਏ? ਔਰ ਦੇਖੋ ਮੇਰਾ ਇੱਕੋ ਹੀ ਬੇਟਾ ਤੁਹਾਡੇ ਸਾਹਮਣੇ ਹੁਣ ਘੁੰਮ ਰਿਹਾ, ਉਹ ਕਹਿੰਦੇ ਉਹਨਾਂ ਦਾ ਇਕੱਲਾ ਬੇਟਾ ਮਿਲਿਆ, ਨਿਊਜ਼ 'ਚ ਉਹਨਾਂ ਨੇ ਦਿੱਤਾ ਹੈ। ਹਾਂ, ਮੇਰਾ ਬੇਟਾ ਇੱਕ ਹੈ, ਮੈਂ 10 ਬੇਟੇ ਕਿੱਥੋਂ ਪੈਦਾ ਕਰਕੇ ਇੱਥੇ ਬਿਠਾ ਦਾਂ? ਇੱਕ ਬੇਟਾ ਬੈਠਾ ਸੀਗਾ, ਉਹਨਾਂ ਨੂੰ ਮਿਲਿਆ, ਭਜਾਏ ਨਹੀਂ ਕਿਤੇ ਬੱਚੇ, ਡਰਨ ਦੀ ਲੋੜ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਅੱਜ ਵੀ ਉਹਨਾਂ ਦੀ ਤਸਵੀਰ ਦੇ ਥੱਲੇ ਬੈਠੀ ਹਾਂ ਮੈਂ, ਇਹ ਗੱਲ ਕਹਿ ਰਹੀ ਹਾਂ, ਠੀਕ ਹੈ। ਕਿਸੇ ਰੁਝੇਵਿਆਂ ਕਾਰਨ ਠੀਕ ਹੈ ਅਸੀਂ ਬਾਹਰ ਹੋ ਸਕਦੇ ਹਾਂ, ਸਾਡੇ ਸਵਿਚ ਆਫ ਹੋ ਸਕਦੇ ਨੇ, ਜਿਹੜੇ ਚੋਰ ਦੀ ਦਾੜੀ 'ਚ ਤਿਨਕਾ ਹੁੰਦਾ, ਤੜਫਦਾ ਤਾਂ ਉਹ ਫਿਰਦਾ ਹੁੰਦਾ ਨਾ, ਮੈਂ ਤਾਂ ਕੋਈ ਤੜਫਦੀ ਫਿਰਦੀ ਨਹੀਂ, ਅੱਜ ਵੀ ਬੈਠੀ ਹਾਂ ਸਾਹਮਣੇ, ਜਦ ਮਰਜੀ ਮੇਰੇ ਘਰ ਆ ਜਾਓ, ਦਰਵਾਜ਼ੇ ਖੁੱਲ੍ਹੇ, ਗੇਟ ਖੁੱਲ੍ਹੇ, ਕੋਈ ਡਰਦੀ ਨਹੀਂ ਇਹ ਗੱਲ ਨੂੰ। ਜੇ ਉਹ ਗੱਲ ਕਰਦੇ ਆ ਕਿ ਮੀਮਸਾ ਕਾਂਗਰਸ ਦੀ ਸ਼ਾਇਦ ਇਹ ਗੱਲ ਕਰ ਰਹੀ ਹੈ, ਮੇਰਾ ਕਾਂਗਰਸ ਨਾਲ ਦੇਖੋ 20 ਸਾਲ ਮੈਂ ਕਾਂਗਰਸ ਦੇ ਵਿੱਚ ਕੰਮ ਕੀਤਾ, ਜਦ ਉਹਨਾਂ ਨੇ ਉਦੋਂ ਨਹੀਂ ਮੇਰਾ ਸਤਿਕਾਰ ਕੀਤਾ, ਔਰ ਮੈਂ ਕਾਂਗਰਸ ਦੀ ਸਰਕਾਰ ਬਣਨ 'ਤੇ ਘਰ ਵਾਪਸੀ ਵੀ ਕਰ ਸਕਦੀ ਸੀ ਅਗਰ ਮੈਨੂੰ ਇੰਨਾ ਲਾਲਚ ਸੀ। ਮੈਨੂੰ ਚੇਅਰਮੈਨ ਨਹੀਂ ਮਿਲਦੀ, ਭਦੌੜ ਹਲਕਾ ਅੱਜ ਵੀ ਖਾਲੀ ਪਿਆ ਹੈ ਇੰਚਾਰਜਸ਼ਿਪ ਤੋਂ, ਮੈਨੂੰ ਹਲਕਾ ਇੰਚਾਰਜ ਲਾਉਂਦੇ ਕੈਪਟਨ ਅਮਰਿੰਦਰ ਸਿੰਘ, ਮੇਰੀ ਕਾਫੀ ਨੇੜਤਾ ਸੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ, ਮੇਰੀ ਸੁਣਦੇ ਸੀ। ਹਾਂ, ਆਈ ਸੈਲੂਟ ਕੈਪਟਨ ਅਮਰਿੰਦਰ ਸਿੰਘ, ਠੀਕ ਹੈ, ਉਹਨਾਂ 'ਤੇ ਵੀ ਕੋਈ ਪ੍ਰੈਸ਼ਰ ਰਿਹਾ ਹੋਣਾ ਕਿ ਇਹ ਜਿਹੜੇ ਇਨਸਾਫ ਆਪਾਂ ਨੂੰ ਅੱਜ ਤੱਕ ਨਹੀਂ ਮਿਲਿਆ, ਕਿਉਂਕਿ ਸੁਖਬੀਰ ਜੀ ਕਹਿੰਦੇ ਸਾਡੀ ਹੀ ਪੁਲਿਸ ਹੈ, ਕਿਉਂਕਿ ਜਿੱਥੇ ਮੀਮਸਾ ਫੋਨ ਕਰਦੀ ਹੈ ਜੀ, ਇਸ ਵਾਰ ਆਪ ਵੀ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੰਪਰੋਮਾਈਜ਼ ਵਾਲੇ ਮੁੱਖ ਮੰਤਰੀ ਸੀਗੇ। ਦੇਖੋ ਰਾਜਾ ਵੜਿੰਗ ਆਪਣੇ ਨਜ਼ਰੀਏ ਨਾਲ ਜੋ ਕਹਿ ਰਿਹਾ ਮੈਨੂੰ ਨਹੀਂ ਪਤਾ, ਕਿਉਂਕਿ ਉਹ ਆਪਣੀ ਕਾਂਗਰਸ ਦੀ ਸਰਕਾਰ 'ਚ ਆ, ਉਹ ਜੋ ਸਵਾਲ ਦੇ ਜਵਾਬ ਦੇ ਰਹੇ ਨੇ ਉਹਨਾਂ ਨੂੰ ਪਤਾ ਹੋਏਗਾ। ਮੈਂ ਤਾਂ ਇਹ ਗੱਲ ਕਹੂੰਗੀ, ਮੈਨੂੰ ਸੁਖਬੀਰ ਜੀ ਨੇ ਖੁਦ ਕਿਹਾ ਕਿ ਆਪਣੀ ਸਰਕਾਰ ਹੈ, ਔਰ ਚਰਨਜੀਤ ਬਰਾੜ ਨੇ ਇਹ ਗੱਲ ਮੇਰੇ ਬੇਟੇ ਨੂੰ ਕਹੀ ਕਿ ਜਿੱਥੇ ਵੀ ਤੇਰੀ ਮੰਮੀ ਫੋਨ ਕਰਦੀ ਹੈ ਨਾਲ ਦੀ ਨਾਲ ਸਾਨੂੰ ਫੋਨ ਕਾਲ ਬੈਕ ਆ ਜਾਂਦੀ ਹੈ, ਵੀ ਪੁਲਿਸ ਤਾਂ ਸਾਡੀ ਆਪਣੀ ਕਰਦੀ ਹੈ ਨਾ। ਫਿਰ ਇਹ ਕਿੱਥੋਂ, ਇਹਦਾ ਮਤਲਬ ਇਹ ਸਪਸ਼ਟੀਕਰਨ ਹੁੰਦਾ ਹੈ ਵੀ ਉਹ ਇਹ ਦਿਖਾਉਣਾ ਚਾਹੁੰਦੇ ਨੇ ਵੀ ਪੁਲਿਸ ਸਾਡੇ ਕੰਟਰੋਲ 'ਚ ਹੈ, ਵੀ ਮੀਮਸਾ ਤਾਂ ਕਿ ਮੂੰਹ ਨਾ ਖੋਲ ਸਕੇ। ਹੁਣ ਸੌਦਾ ਸ਼੍ਰੋਮਣੀ ਅਕਾਲੀ ਦਲ ਮੇਰੇ ਨਾਲ ਕਰ ਰਹੀ ਹੈ ਕਿ ਕਾਂਗਰਸ ਕਰੂਗੀ? ਮਤਲਬ ਤੁਹਾਨੂੰ ਧਮਕੀਆਂ ਮਿਲ ਰਹੀਆਂ ਨੇ ਉੱਧਰੋਂ? ਬਿਲਕੁਲ ਓਬਵੀਅਸਲੀ ਮਿਲ ਰਹੀਆਂ। ਦੇਖੋ ਮੇਰੇ ਬੇਟੇ ਨੂੰ ਧਮਕੀਆਂ ਦਿੱਤੀਆਂ 1:30 ਵਜੇ, ਕਿਹੜੀ ਮਾਂ ਆਪਣੇ ਪੁੱਤ ਨੂੰ ਲੈ ਕੇ ਸੜਕਾਂ 'ਤੇ ਫਿਰੇਗੀ ਗੱਡੀ 'ਚ? ਕਿਹੜਾ ਰਿਸ਼ਤੇਦਾਰ ਮੈਨੂੰ ਸਹਿ ਦੇਗਾ ਕਿ ਮੈਂ ਐਡੇ ਵੱਡੇ ਪਰਿਵਾਰ ਨਾਲ ਟੱਕਰ ਲੈ ਰਹੀ ਹਾਂ? ਕੀ ਖੱਟਿਆ ਜੀ ਇਹਨਾਂ ਚੀਜ਼ਾਂ 'ਚੋਂ? ਮੰਨ ਲਾ ਹੁਣ ਤੁਸੀਂ ਚਲੋ ਭਾਵਿਕ ਤਾਂ ਹੋਣਾ ਬਣਦਾ ਹੀ ਆ ਜਦੋਂ ਕਿਤੇ, ਕਿਉਂਕਿ ਮਾਂ ਪੁੱਤਰ ਦਾ ਮੋਹ ਹੀ ਇਦਾਂ ਦਾ ਹੁੰਦਾ। ਕੀ ਖੱਟ ਲਿਆ ਜੀ ਇਹਨਾਂ ਪਾਰਟੀਆਂ ਦੇ ਵਿੱਚ ਆਪਾਂ ਜਾ ਕੇ? ਵੀ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਮਾਂ ਪੁੱਤਰ ਦਾ ਮੋਹ, ਮੈਨੂੰ ਪੁੱਤਰ ਦਾ ਮੋਹ ਨਹੀਂ, ਪੁੱਤਰ ਮਿੱਠੜੇ ਮੇਵੇ ਜ਼ਰੂਰ ਹੋਣਗੇ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਕਹਿੰਦੀ ਹਾਂ, ਗੁਰੂ ਗੋਬਿੰਦ ਸਿੰਘ ਨੇ ਆਪਣਾ ਪੂਰਾ ਪਰਿਵਾਰ ਵਾਰਤਾ ਸੀਗਾ। ਜੇ ਅੱਜ ਮੇਰਾ ਇੱਕ ਪੁੱਤ ਜਾਂਦਾ ਹੈ ਮੈਨੂੰ ਕੋਈ ਤਕਲੀਫ ਨਹੀਂ, ਪਰ ਇਹ ਹੈ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲੈਣਾ ਹੈ, ਮਿਲਣਾ ਚਾਹੀਦਾ ਹੈ। ਉਹ ਰੋਂਗਟਿਆਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਸੱਚ ਨੂੰ ਕਿਉਂ ਦਬਾਇਆ ਜਾ ਰਿਹਾ ਹੈ, ਕਿਉਂ ਨਹੀਂ ਜਨਤਕ ਕੀਤਾ ਜਾ ਰਿਹਾ? ਸਰਦਾਰ ਸੁਖਬੀਰ ਸਿੰਘ ਬਾਦਲ ਮੇਰੇ ਸਾਹਮਣੇ ਆਉਣ, ਮੇਰੇ ਸਵਾਲਾਂ ਦਾ ਜਵਾਬ ਦੇਣ। ਮੇਰੀ ਰੂਹ ਕੰਬਦੀ ਹੈ ਸੋਚ ਕੇ ਕਿ ਮੈਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ, ਬੀਬਾ ਹਰਸਿਮਰਤ ਕੌਰ ਬਾਦਲ ਨਾਲ, ਜਿਹੜੀ ਅੱਜ ਗੁਰਦੁਆਰਿਆਂ ਦੀ ਸੇਵਾ ਕਰਕੇ ਆਪਣੇ ਘਰ ਵਾਲੇ ਦੇ ਪਾਪ ਧੋਂਦੀ ਫਿਰਦੀ ਹੈ, ਵੀ ਉਹ ਕਿਸ ਤਰ੍ਹਾਂ ਇੰਨਾ ਕੁਛ ਕਰ ਸਕਦੇ ਆ?
ਉਹ ਜ਼ਮੀਰ ਮੇਰੀ ਅੱਜ ਸਵਾਲ ਦਾ ਜਵਾਬ ਮੰਗ ਰਹੀ ਹੈ। ਹਰਸ਼ ਧੂਰੀ ਨਾਲ ਤੁਹਾਡਾ ਕੀ ਸੰਬੰਧ ਸੀ, ਮੈਨੂੰ ਇੱਕ ਵਾਰ ਤਾਂ ਦੱਸੋ। ਜੇ ਦੱਸ ਦੇਣਗੇ ਤਾਂ ਮੇਰੇ ਹੋਰ ਕੋਈ ਸਵਾਲ ਨਹੀਂ, ਮੈਨੂੰ ਸ਼ਾਂਤੀ ਆ ਜਾਏਗੀ, ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲ ਜਾਏਗਾ। ਬਸ ਇਹੀ ਗੱਲਾਂ ਨੇ ਮੇਰੀਆਂ। ਮੈਡਮ ਲੜ ਰਹੇ ਹੋ ਚੋਣ ਇਸ ਵਾਰ, ਜੇ ਆਪਾਂ ਚੋਣ ਦੀ ਗੱਲ ਕਰ ਲਈਏ, ਲੜੋਗੇ ਜੀ? ਆਜ਼ਾਦ ਆ ਜਾਂ ਕੁਛ ਵੀ ਹੈ? ਮੇਰੀ ਇੱਕ ਬੇਨਤੀ ਹੈ, ਜਦ ਤੱਕ ਜਿਹੜੀ ਵੀ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਆਪ ਪਾਰਟੀ ਹੈ, ਚਾਹੇ ਕਾਂਗਰਸ ਪਾਰਟੀ ਹੈ, ਜਦ ਤੱਕ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਨੂੰ ਇਨਸਾਫ ਨਹੀਂ ਦਿੰਦੀ, ਆਪਣੀ ਲੜਾਈ ਨਹੀਂ ਲੜਦੀ, ਸੱਚ ਦੇ ਲਿਆਣ ਤੇ ਲੈ ਕੇ ਨਹੀਂ ਆਉਂਦੀ ਇਸ ਸਿੱਟ ਨੂੰ, ਤਾਂ ਮੈਂ ਸਮਝਦੀ ਹਾਂ ਸਿਆਸਤਾਂ ਸਭ ਖੋਚ ਜਾਣ। ਗੁਰੂ ਗ੍ਰੰਥ ਸਾਹਿਬ ਸਭ ਤੋਂ ਅਹਿਮ ਹੈ। ਸੋ ਦੋਸਤੋ, ਇਹ ਸੀਗੇ ਰਜਿੰਦਰ ਕੌਰ ਮੀਮਸਾ ਜੀ, ਜਿਨ੍ਹਾਂ ਨੇ ਭਾਵਕ ਵੀ ਹੋਏ ਨੇ, ਕਿਉਂਕਿ ਪਾਰਟੀਆਂ ਤੇ ਰਾਜਨੀਤਿਕ ਗੰਦੀਆਂ ਰਾਜਨੀਤੀਆਂ ਨੇ ਕੁਝ ਲੋਕਾਂ ਨੂੰ ਰੋਲ ਕੇ ਰੱਖ ਦਿੱਤਾ ਹੈ, ਤੇ ਅੱਜ ਉਹ ਇਨਸਾਫ ਦੀ ਗੁਹਾਰ ਹੈ ਜਿਹੜੀ ਪੰਜਾਬ ਸਰਕਾਰ ਅੱਗੇ ਲਗਾ ਰਹੇ ਨੇ ਕਿ ਸਾਨੂੰ ਬੇਅਦਬੀਆਂ ਦਾ ਇਨਸਾਫ ਆ ਜਿਹੜਾ ਉਹ ਚਾਹੀਦਾ। ਵੋਟਾਂ ਸਾਡੇ ਵਾਸਤੇ ਬਾਅਦ ਦੇ ਵਿੱਚੋਂ ਨੇ, ਪਹਿਲਾਂ ਸਾਡੇ ਵਾਸਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ। ਤੁਸੀਂ ਜੁੜੇ ਹੋਏ ਹੋ ਜਿੰਦਾਬਾਦ ਚੈਨਲ ਦੇ ਨਾਲ। ਮੈਂ ਗੁਰਤੇਜ ਸਿੰਘ ਧਾਲੀਵਾਲ, ਕੈਮਰਾਮੈਨ ਸੰਦੀਪ ਸ਼ਰਮਾ ਦੇ ਨਾਲ।